ਅਕਾਲ ਪੁਰਖ ਦੀ ਦਰਗਾਹ। ਅਗਿਆਨ ਅੰਧਕਾਰ ਗ੍ਰਸੀ ਆਮ ਲੋਕਾਈ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਪਰਮੇਸ਼ਰ ਦੀ ਹੋਂਦ ਹਸਤੀ ਤੋਂ ਬਹੁਤ ਕਰਕੇ ਇਸ ਕਾਰਨ ਮੁਨਕਰ ਹੈ ਕਿ ਉਹ ਪੰਜ ਭੂਤਕ ਅੱਖੀਆਂ ਨੂੰ ਦਿਸਦਾ ਨਹੀਂ। ਬਹੁਤ ਸਾਰੇ ਅਖੌਤੀ ਆਸਤਕਤਾਈ ਦੇ ਹਾਮੀ ਬੰਦੇ, ਸਿੱਖ ਕਹਾਉਣ ਵਾਲੇ ਅਤੇ ਹੋਰ ਅਨਮਤੀ ਮਜ਼ਹਬਾਂ ਦੇ ਦੇਖਾ ਦੇਖੀ ਬਣ ਬੈਠੇ ਪੈਰੋਕਾਰ ਵੀ ਇਸੇ ਕਾਰਨ ਹੀ ਨਾਸਤਕ ਹੁੰਦੇ ਚਲੇ ਜਾਂਦੇ ਹਨ ਕਿ ਮੌਜੂਦਾ ਨਾਮੁਕੰਮਲ ਸਾਇੰਸ ਨੇ ਉਹਨਾਂ ਦੀਆਂ ਅੱਖੀਆਂ ਇਹ ਸਾਬਤ ਕਰਕੇ ਝੁੰਧਿਆਏ ਦਿੱਤੀਆਂ ਹਨ ਕਿ ਅੱਖੀਆਂ ਅਗੋਚਰ ਹੋਰ ਕੋਈ ਅਗੰਮੀ ਹਸਤੀ ਨਹੀਂ, ਜਿਸ ਨੂੰ ਸਾਰੀ ਕਾਇਨਾਤ ਦਾ ਹਰਤਾ ਕਰਤਾ ਕਰਕੇ ਮਤ ਮਤਾਂਤਰੀ ਅਸੂਲਾਂ ਵਾਲਿਆਂ ਨੇ ਅਪਣਾਇਆ ਹੈ। ਉੱਪਰ ਲਿਖੇ ਪੰਨਿਆਂ ਅੰਦਰ ਭਲੀ ਭਾਂਤ ਸਿੱਧ ਕੀਤਾ ਗਿਆ ਹੈ ਕਿ ਅਦਿਸ਼ਟ ਅਗੋਚਰ ਪਰਮਾਤਮਾ ਦੀ ਹੋਂਦ ਹਸਤੀ ਤੋਂ ਮੁਨਕਰ ਹੋਣਾ ਕੇਵਲ ਇਸ ਕਰਕੇ ਹੀ ਵਜ਼ਨਦਾਰ ਅਹਿਮੀਅਤ ਨਹੀਂ ਰੱਖਦਾ ਕਿ ਉਹ ਇਹਨਾਂ ਪੰਜ ਭੂਤਕ ਅੱਖੀਆਂ ਦੇ ਦਿਸਣ ਗੋਚਰਾ ਨਹੀਂ। ਗੁਰਬਾਣੀ ਦੇ ਉੱਪਰ ਦਿੱਤੇ ਪ੍ਰਮਾਣਾਂ ਨੇ ਸਪਸ਼ਟ ਸਿੱਧ ਕਰ ਦਿੱਤਾ ਹੈ ਕਿ ਉਹ ਅੱਖੀਆਂ ਹੋਰ ਹਨ ਜਿਨ੍ਹਾਂ ਦੁਆਰਾ ਪਿਰੀ ਪਰਮੇਸ਼ਵਰ ਪ੍ਰਤੱਖ ਦਿਸ ਸਕਦਾ ਹੈ। ਨਾਨਕ ਸੇ ਅਖੜੀਆਂ ਬਿਆਨ ਜਿਨੀ ਡਿਸੰਦੋ ਮਾਂ ਪਿਰੀ। ਸ਼ਲੋਕ ਵਡਹੰਸ ਛੰਦ ਮਹਲਾ ਚੌਥਾ। ਤੇ ਇਹ ਸਾਬਤ ਕੀਤਾ ਗਿਆ ਹੈ ਕਿ ਗੁਰੂ ਘਰ ਦੇ ਗੁਰਮੁਖ ਜਨਾਂ ਨੇ ਦਿਵ ਦ੍ਰਿਸ਼ਟ ਦੀਦਿਆਂ ਵਾਲੇ ਸੁਚੱਜੇ ਆਰਫਾਂ ਨੇ ਅਦ੍ਰਿਸ਼ਟ ਅਗੋਚਰ ਵਾਹਿਗੁਰੂ ਨੂੰ ਪ੍ਰਤੱਖ ਦੇਖਿਆ ਹੈ ਤੇ ਹੁਣ ਵੀ ਦੇਖ ਸਕਦੇ ਹਨ ਤੇ ਦੇਖ ਰਹੇ ਹਨ। ਹੁਣ ਅਗਲੇ ਪੰਨਿਆਂ ਵਿੱਚ ਗੁਰਬਾਣੀ ਦੇ ਪ੍ਰਮਾਣਾਂ ਦੁਆਰਾ ਇਸ ਗੱਲ ਤੇ ਰੋਸ਼ਨੀ ਪਾਈ ਜਾਵੇਗੀ ਕਿ ਅਦ੍ਰਿਸ਼ਟ ਅਗੰਮ ਤੇ ਲਾਮਹਿਦੂਦ ਖੁਦਾ ਦੀ ਖੁਦਾਈ ਵਿੱਚ ਅਨੇਕ ਪ੍ਰਕਾਰ ਦੀ ਰਚਨਾ ਐਸੀ ਹੈ ਜੋ ਇਹਨਾਂ ਅੱਖਾਂ ਕਰਕੇ ਨਹੀਂ ਦਿਸਦੀ, ਪਰ ਵਾਸਤਵ ਵਿੱਚ ਹੈ ਸਹੀ। ਲੋਕਾਂ ਦੀ ਜੋ ਇਹ ਆਮ ਕਹਾਵਤ ਹੈ ਕਿ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਇਹ ਉੱਕੀ ਹੀ ਕਪੋਲ ਕਲਪਤ ਕਹਾਵਤ ਹੈ। ਪਾਰਦਰਸ਼ੀ ਗੁਰੂ ਸਾਹਿਬਾਨ ਨੇ ਤਾਂ ਉਹਨਾਂ ਅਣਗਿਣਤ ਬੇਸ਼ੁਮਾਰ ਖੰਡਾਂ ਬ੍ਰਹਮੰਡਾਂ ਅਤੇ ਅਸੰਖਾਂ ਅਣਦਿਸਦੀਆਂ ਦੁਨੀਆਵਾਂ ਰਚਨਾਵਾਂ ਨੂੰ ਆਪਣੇ ਦਿਵ ਦ੍ਰਿਸ਼ਟੇ ਨੇਤਰਾਂ ਦੁਆਰਾ ਸੰਗੋ ਪਾਂਗ ਪੇਖ ਕੇ ਹੀ ਦੱਸਿਆ ਦੜਾਇਆ ਹੈ। ਅਗੰਮ ਅਗੰਮ ਅਸੰਖ ਲੋ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਕਿਤੇ ਇੰਦ ਚੰਦ ਸੂਰ ਕਿਤੇ ਮੰਡਲ ਦੇਸ। ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਜਪਜੀ ਸਾਹਿਬ। ਇਹ ਨਿਜ ਦ੍ਰਿਸ਼ਟੇਣੀ ਸ਼ਹਾਦਤ ਸਤਿਗੁਰੂ ਨਾਨਕ ਸਾਹਿਬ ਨੇ ਤਾਂ ਉਦੋਂ ਦੀ ਭਰੀ ਹੋਈ ਹੈ ਜਦੋਂ ਇਹ ਸਾਇੰਸ ਨੇ ਅਜੇ ਆਪਣੇ ਚਮਤਕਾਰੇ ਵੀ ਨਹੀਂ ਵਿਖਾਏ ਸਨ ਤੇ ਨਾ ਸਾਇੰਸ ਅਜੇ ਪੂਰੀ ਤਰ੍ਹਾਂ ਵਜੂਦ ਵਿੱਚ ਹੀ ਆਈ ਸੀ। ਇਹਨਾਂ ਗੁਰਦਰਸਾਈਆਂ ਅਗੰਮੀ ਗੱਲਾਂ ਨੂੰ ਐਵੇਂ ਖਿਆਲੀ ਮਨ ਘੜਤ ਗਪੌੜੇ ਹੀ ਸਮਝਿਆ ਜਾਂਦਾ ਸੀ। ਅੱਜ ਨਿਰੰਕਾਰੀ ਗੁਰੂ ਨਾਨਕ ਦੀ ਪਾਰਦਰਸ਼ਤਾ ਨੂੰ ਸੱਤ ਕਰਕੇ ਮੰਨਣ ਦਾ ਸੰਦੇਹ ਕਿਸੇ ਨੂੰ ਕੀ ਹੋ ਸਕਦਾ ਹੈ, ਜਦ ਕਿ ਸਾਇੰਸ ਦੇ ਕਿੰਚਰ ਮਾਤਰੀ ਤਜਰਬਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਜੋ ਆਕਾਸ਼ ਦੇ ਲਾਮਹਿਦੂਦ ਪੁਲਾੜ ਵਿੱਚ ਬੇਅੰਤ ਤਾਰੇ ਸਿਤਾਰੇ ਦਿਸ ਰਹੇ ਹਨ, ਸਭ ਵਸਦੀਆਂ ਦੁਨੀਆਵਾਂ ਹਨ। ਚਾਹੇ ਅਜੇ ਬਹੁਤ ਸਾਰੇ ਸਾਇੰਸਦਾਨ ਉਖੜੇ ਕੁਹਾੜੇ ਹੀ ਮਾਰਦੇ ਹਨ ਕਿਉਂਕਿ ਉਹਨਾਂ ਨੇ ਉਸ ਨਿਗਾਹ ਨਾਲ ਇਹਨਾਂ ਅਗੰਮੀ ਰਚਨਾਵਾਂ ਨੂੰ ਅਜੇ ਦੇਖਿਆ ਹੀ ਨਹੀਂ, ਨਾ ਹੀ ਉਹ ਦੇਖ ਸਕਦੇ ਹਨ ਜਿਸ ਨਿਗਾਹ ਨਾਲ ਕਿ ਨਿਰੰਕਾਰੀ ਗੁਰੂ ਸਾਹਿਬ ਨੇ ਵੇਖਿਆ ਪਰਖਿਆ ਹੈ। ਅਤੇ ਅਨੇਕਾਂ ਗੁਰੂ ਘਰ ਦੇ ਪਹੁੰਚੇ ਹੋਏ ਪੁੱਗ ਚੁੱਕੇ ਗੁਰਮੁਖ ਜਨਾਂ ਨੂੰ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨੇ ਵਿਖਾਇਆ ਪ੍ਰਤੱਖਾਇਆ ਹੈ। ਫੇਰ ਵੀ ਜੇ ਅਪਤੀਜਣ ਹਾਰੇ ਨਾ ਪਤੀਜਣ ਤਾਂ ਕਿਸੇ ਦਾ ਕੀ ਕਸੂਰ। ਵਾਹਿਗੁਰੂ ਦੀ ਹਸਤੀ ਨੂੰ ਜੇ ਉਹ ਬੱਧੇ ਰੁੰਨੇ ਮਨ ਵੀ ਜਾਣ ਤਾਂ ਉਹ ਵਾਹਿਗੁਰੂ ਦੀ ਦਰਗਾਹ ਨੂੰ ਉੱਕਾ ਹੀ ਨਹੀਂ ਮੰਨਦੇ। ਅੱਗੇ ਨੂੰ ਜਾਂ ਅਗਲੀ ਅਗੰਮ ਵਸਦੀ ਦੁਨੀਆ ਨੂੰ ਤਾਂ ਉਹ ਅਜੇ ਵੀ ਇੱਕ ਫਸਾਨਾ ਹੀ ਸਮਝਦੇ ਹਨ। ਉਹਨਾਂ ਦੇ ਭਾਅ ਦਾ ਨਾ ਕੋਈ ਅੱਗਾ ਹੈ, ਨਾ ਅਗਲੀ ਦੁਨੀਆ ਹੈ, ਨਾ ਕੋਈ ਕਰਮਾਂ ਦਾ ਵਿਚਾਰ ਹੈ ਤੇ ਨਾ ਕੋਈ ਲੇਖਾ ਲੈਣਹਾਰ ਹੈ, ਨਾ ਧਰਮ ਰਾਏ ਹੈ, ਨਾ ਕੋਈ ਜਮ ਜੰਦਾਰਾ ਹੈ, ਨਾ ਕੋਈ ਨਰਕ ਹੈ, ਨਾ ਸੁਰਗ ਬਹਿਸ਼ਤ ਹੈ। ਐਵੇਂ ਸਭ ਖਾਮ ਖਿਆਲੀਆਂ ਹੀ ਹਨ। ਪਰ ਗੁਰਸਿੱਖਾਂ ਨੂੰ ਇਹਨਾਂ ਗੱਲਾਂ ਦੇ ਮੰਨਣੋਂ ਨਾ ਕਰਨ ਲਈ ਕੋਈ ਥਾਂ ਨਹੀਂ। ਜੇਕਰ ਗੁਰਬਾਣੀ ਅੰਦਰ ਇਸ ਗੱਲ ਦਾ ਸਬੂਤ ਮਿਲੇ ਕਿ ਇਹ ਸਭ ਕੁਝ ਹੈ, ਧੁਰ ਸਤਪੁਰਖ ਅਕਾਲ ਦੀ ਦਰਗਾਹੋਂ ਗੁਰੂ ਸਤਪੁਰਖਾਂ ਦੁਆਰਾ ਆਈ ਬਾਣੀ ਜੋ ਕੁਝ ਵੀ ਦਰਸਾਉਂਦੀ ਦੜਾਉਂਦੀ ਹੈ ਉਹ ਸਭ ਕੁਝ ਸੱਤ ਹੈ ਤੇ ਗੁਰਸਿੱਖਾਂ ਦੇ ਸੱਤ ਕਰ ਮੰਨਣ ਯੋਗ ਹੈ। ਗੁਰੂ ਸਾਹਿਬਾਨ ਧੁਰੋਂ ਆਏ ਆਦ ਜੁਗਾਦੀ ਸਤਪੁਰਖ ਅਕਾਲ ਪੁਰਖ ਦੇ ਗੁਰਤ ਤਾਏ ਹੋਏ ਸਤਪੁਰਖ ਕੋਈ ਰੌਚਕ ਭਿਆਨਕ ਕਥਾ ਨਹੀਂ ਕਥਦੇ, ਜੈਸਾ ਕਿ ਕਈ ਇੱਕ ਖਰੜ ਗਿਆਨੀਆਂ ਦਾ ਚੁੰਚ ਕਥਗਰੀ ਖਿਆਲ ਹੈ। ਉਹਨਾਂ ਦਾ
ਧੁਰ ਕੀ ਬਾਣੀ ਦੁਆਰਾ ਦਰਸਾਇਆ ਪ੍ਰਗਟਾਇਆ ਹਰ ਇੱਕ ਅਭਿਪਰਾ ਸਤ ਹੈ ਤੇ ਸਤ ਸਤ ਕਰ ਮੰਨਣ ਯੋਗ ਹੈ। ਨਿਰੋਲ ਯਥਾਰਥ ਗਿਆਨ ਹੈ, ਕਿਉਂਕਿ ਭਰਮ ਭ੍ਰਾਂਤੀ ਰਾਈ ਮਾਤਰ ਵੀ ਨਹੀਂ। ਸਮਗਰ ਗੁਰ ਗਿਆਨ ਦੜਾਏ ਸਿਧਾਂਤ ਤੇ ਗੁਰਬਾਣੀ ਅੰਦਰ ਆਏ ਗੁਰਮਤ ਗਿਆਨ ਤੋਂ ਸਿਰ ਫੇਰਨਾ ਬੇਸਿਦਕੇ ਤੇ ਸ਼ਰਧਾਹੀਣੇ ਅਸਿੱਖਾਂ ਦਾ ਕੰਮ ਹੈ। ਪਰ ਵਿਚਾਰੇ ਦੇਖਾ ਦੇਖੀ ਦੇ ਅਣਜਾਣ ਸਿੱਖਾਂ ਨੂੰ ਇਹ ਵੀ ਪਤਾ ਨਹੀਂ ਕਿ ਸੱਚਮੁੱਚ ਗੁਰਬਾਣੀ ਇਹਨਾਂ ਉੱਪਰ ਟੂਕ ਮਾਤਰ ਦਸੀਆਂ ਅਸਲੀਅਤਾਂ ਨੂੰ ਦੜਾਉਂਦੀ ਵੀ ਹੈ। ਸੋ ਐਸੇ ਅਣਜਾਣਾਂ ਨੂੰ ਗੁਰਵਾਕਾਂ ਦੇ ਪ੍ਰਮਾਣਾਂ ਦੀ ਗੁਰਮਤ ਸਿਧਾਂਤੀ ਵਿਆਖਿਆ ਹੀ ਸਿੱਧੇ ਤੇ ਸੱਚੇ ਰਸਤੇ ਤੇ ਸ਼ਰਧਾ ਸੁਮਾਰਗੀ ਪਰ ਲਿਆਉਣ ਲਈ ਸਮਰੱਥ ਹੈ। ਇਸ ਲਈ ਗੁਰ ਪ੍ਰਮਾਣਾਂ ਦੀ ਪ੍ਰੋੜਤਾ ਨਾਲ ਹੀ ਤਿਨਾਂ ਦੇ ਕੱਚੇ ਨਿਸ਼ਚਿਆਂ ਨੂੰ ਪੱਕੇ ਕਰਨ ਲਈ ਪਰਮ ਜ਼ਰੂਰੀ ਸਮਝ ਕੇ ਸਮੁੱਚੀ ਵਿਚਾਰ ਗੁਰ ਪ੍ਰਮਾਣਾਂ ਦੇ ਆਧਾਰ ਪਰ ਹੀ ਰੱਖੀ ਗਈ ਹੈ। ਨਿਤਾ ਪ੍ਰਤੀ ਅਸੀਂ ਕੀਰਤਨ ਸੋਹਿਲੇ ਦਾ ਪਾਠ ਕਰਦੇ ਹੋਏ ਇਹ ਤੁਕ ਪੜ੍ਹਦੇ ਹਾਂ, ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ। ਜੋ ਗੁਰਸਿੱਖ ਹੋ ਕੇ ਇਸ ਗੁਰਵਾਕ ਦੀ ਸੱਚਾਈ ਤੇ ਨਹੀਂ ਪਤੀਜਦੇ, ਕੀ ਉਹਨਾਂ ਉੱਤੇ ਸਿੱਖ ਪਦ ਸੱਚੇ ਅਰਥਾਂ ਵਿੱਚ ਘਟ ਸਕਦਾ ਹੈ? ਅੱਗਾ ਹੈ, ਪਰ ਅੱਗੇ ਜਾ ਕੇ ਵਸਣਾ ਉਹਨਾਂ ਦਾ ਹੀ ਸੁਹੇਲਾ ਹੈ ਜਿਨ੍ਹਾਂ ਨੇ ਇਸ ਦੁਨੀਆ ਵਿੱਚ ਰਹਿ ਕੇ ਸੱਚਾ ਲਾਹਾ, ਹਰ ਨਾਮ ਜਪਣ ਦਾ ਲਾਹਾ, ਸੱਚੀ ਗੁਰਮਤ ਨਾਮ ਅਭਿਆਸ ਕਮਾਈ ਦਾ ਲਾਹਾ ਖਟਿਆ ਕਮਾਇਆ ਹੈ। ਇਹ ਗੁਰਵਾਕ ਸਪਸ਼ਟ ਦੱਸਦਾ ਹੈ ਕਿ ਅੱਗਾ ਹੈ, ਕੇਵਲ ਅੱਗਾ ਹੈ ਹੀ ਨਹੀਂ, ਸਗੋਂ ਅੱਗਾ ਉਹ ਸੱਚਾ ਸਥਾਨ ਹੈ ਜਿੱਥੇ ਜਾ ਕੇ ਅਸੀਂ ਵਸਣਾ ਹੈ। ਇਹ ਦੁਨੀਆ ਛੱਡ ਕੇ ਜਾ ਵਸਣਾ ਹੈ ਅਤੇ ਜ਼ਰੂਰ ਹੀ ਜਾਏ ਵਸਣਾ ਹੈ। ਅਰ ਅੱਗੇ ਵਸਣਾ ਤਿਨਾਂ ਗੁਰਮੁਖ ਨਾਮ ਅਭਿਆਸੀ ਜਨਾਂ ਦਾ ਹੀ ਸਫਲਾ, ਸੁਹੇਲਾ ਤੇ ਸੁਖਦਾਈ ਹੈ ਜਿਨ੍ਹਾਂ ਨੇ ਮਨੁੱਖਾ ਜਨਮ ਪਾਏ ਕੇ ਗੁਰ ਦੀਖਿਤ ਹੋਏ, ਗੁਰਸਿੱਖ ਬਣ ਕੇ ਸੱਚੀਆਂ ਗੁਰਮੁਖ ਨਾਮ ਕਮਾਈਆਂ ਦੇ ਸੱਚੇ ਅਤੇ ਅਤੁੱਟ ਲਾਹੇ ਲਏ ਹਨ। ਤਿਨਾਂ ਗੁਰਮੁਖਾਂ ਨੂੰ ਇਸ ਦੁਨੀਆ ਅੰਦਰ ਰਹਿੰਦਿਆਂ ਆਗੇ ਬਸਨ ਸੁਹੇਲਾ ਦਾ ਅਮੰਨਾ ਆ ਜਾਂਦਾ ਹੈ। ਇੱਕ ਵਾਰ ਅਮੰਨਾ ਆ ਕੇ ਫੇਰ ਗੁਰਬਾਣੀ ਦਰਸਾਈਆਂ ਸਾਰੀਆਂ ਹੀ ਹਕੀਕਤਾਂ ਤੇ ਸੱਚਾ ਈਮਾਨ ਸਥਿਤ ਹੋ ਜਾਂਦਾ ਹੈ। ਉਹਨਾਂ ਨੂੰ ਇਹ ਵੀ ਸੱਚਾ ਭਰੋਸਾ ਆ ਜਾਂਦਾ ਹੈ ਕਿ ਇਹ ਜੋ ਅੱਗੇ ਵਸਣ ਸੁਹੇਲੇ ਵਸਣ ਵਾਲਾ ਵਾਸਾ ਹੈ, ਅਕਾਲ ਪੁਰਖ ਦੇ ਨਿਜ ਘਰ ਮਹਿਲਾਂ ਦਾ ਵਾਸਾ ਹੈ ਤੇ ਸੁਖ ਸਹਿਜ ਵਾਸਾ ਹੈ, ਕਿਉਂਕਿ ਇਸੇ ਕੀਰਤਨ ਸੁਹੇਲੇ ਦੀ ਬਾਣੀ ਵਿੱਚ ਅਗਲੇਰੀ ਤੁਕ ਇਹ ਨਿਸ਼ਚਾ ਕਰਾਉਂਦੀ ਹੈ ਕਿ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏਗੋ ਫੇਰਾ। ਇਹ ਵਾਕ ਦੱਸਦਾ ਹੈ ਕਿ ਗੁਰਮਤ ਨਾਮ ਅਰਾਧਨ ਵਾਲਿਆਂ ਨੂੰ ਆਪਣੇ ਨਿਜ ਘਰ, ਆਪਣੀਆਂ ਨਿਜ ਕਾਇਆ ਅੰਦਰ ਹੀ ਮਹਿਲੀ ਵਾਹਿਗੁਰੂ ਦੇ ਮਹਿਲ ਦਾ ਸੁਖ ਸਹਿਜ ਸੇਤੀ ਹੀ ਪਾਵਣਾ ਪ੍ਰਾਪਤ ਹੋ ਜਾਂਦਾ ਹੈ। ਐਸੇ ਸੁਖ ਸਹਿਜ ਸੇਤੀ ਨਿਜ ਘਰ ਵਿੱਚ ਵਾਹਿਗੁਰੂ ਮਹਿਲੀਸ਼ਰ ਦਾ ਮਹਿਲ ਪਾਵਨ ਹਾਰਿਆਂ ਦਾ ਜਨਮ ਮਰਨ ਸਗਲਾ ਹੀ ਮਿਟ ਜਾਂਦਾ ਹੈ। ਉਹਨਾਂ ਦਾ ਫੇਰ ਇਸ ਸੰਸਾਰ ਵਿੱਚ ਆਉਣਾ ਜਾਣਾ ਅਰਥਾਤ ਫੇਰਾ ਨਹੀਂ ਹੁੰਦਾ। ਗੁਰ ਕਰਤਾਰ ਦੀ ਕਿਰਪਾ ਨਾਲ ਹੀ ਇਹ ਆਉਣਾ ਜਾਣਾ ਆਵਾਗਮਨ ਮਿਟਦਾ ਹੈ। ਗੁਰੂ ਕਰਤਾਰ ਦੇ ਪ੍ਰਤਾਪ ਕਰ ਹੀ ਵਾਹਿਗੁਰੂ ਦਾ ਤੇ ਵਾਹਿਗੁਰੂ ਦੇ ਮਹਿਲ ਦਾ ਮਨ ਵਿਖੇ ਵਸੇਰਾ ਹੁੰਦਾ ਹੈ। ਪਰ ਉਸ ਵੱਥ ਵਿਹਾਜੀ ਤੋਂ ਹੀ ਹੁੰਦਾ ਹੈ ਜਿਸ ਦੀ ਖਾਤਰ ਇਹ ਮਨੁੱਖਾ ਦੇ ਜਨਮ ਧਾਰ ਕੇ ਇੱਥੇ ਆਏ ਹਾਂ, ਅਰਥਾਤ ਨਾਮ ਕਮਾਈਆਂ ਕਰਕੇ ਨਾਮ ਕਮਾਈਆਂ ਦਾ ਸੱਚਾ ਸੌਦਾ ਵਿਹਾਜ ਕੇ ਹੁੰਦਾ ਹੈ, ਜਿਹਾ ਕਿ ਉੱਪਰਲੇ ਗੁਰਵਾਕ ਤੋਂ ਪਹਿਲੀ ਤੁਕ ਦਰਸਾਉਂਦੀ ਹੈ। ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ। ਇਹਨਾਂ ਤੁਕਾਂ ਤੋਂ ਨਾ ਕੇਵਲ ਹਰ ਗੁਰ ਤੇ ਮਨੈ ਬਸੇਰਾ ਤੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਵਾਲਾ ਗੁਰਮਤ ਸਿਧਾਂਤ ਸਿੱਧ ਹੋਇਆ, ਬਲਕਿ ਬੋਹਰ ਨਾ ਹੋਏਗੋ ਫੇਰਾ ਦਾ ਪੂਰਨ ਯਕੀਨ ਵੀ ਆਉਂਦਾ ਹੈ, ਜੋ ਇਸ ਗੱਲ ਨੂੰ ਨਿਸ਼ਚਿਤ ਕਰਾਉਂਦਾ ਹੈ ਕਿ ਆਵਾਗਮਨ ਦਾ ਅਸੂਲ ਵੀ ਗੁਰਮਤ ਅੰਦਰ ਅਪਣਾਇਆ ਗਿਆ ਹੈ ਅਤੇ ਸੱਤ ਜਣਾਇਆ ਗਿਆ ਹੈ ਕਿ ਜੋ ਮਨਮੁਖ ਅਨਮਤੀ ਅਨਮਤੀਏ ਗੁਰਮਤ ਨਾਮ ਨਹੀਂ ਜਪਦੇ, ਤਿਨਾਂ 84 ਦੇ ਜੀਵਾਂ ਨੂੰ ਜ਼ਰੂਰ ਜੂਨਾਂ ਦੇ ਆਵਾਗੌਣੀ ਪੁਆੜੇ ਵਿੱਚ ਪੈਣਾ ਪੈਂਦਾ ਹੈ। ਇਹ ਆਵਾਗੌਣੀ ਪੁਆੜੇ ਤਦੇ ਹੀ ਮਿਟਦੇ ਹਨ ਜੇ ਗੁਰਮਤ ਨਾਮ ਅਰਾਧ ਕੇ ਨਿਜ ਘਰ ਮਹਿਲੀ ਅਗਾਧ ਸਹਿਜ ਸਮਾਧ ਵਿੱਚ ਸਥਿਤੀ ਹੋ ਜਾਵੇ, ਜਿੱਥੇ ਪਹੁੰਚ ਕੇ ਅਰਥਾਤ ਜਿਸ ਪੁਗਣੀ ਪੁੱਗ ਕੇ ਸੱਚੀਆਂ ਵਡਿਆਈਆਂ ਮਿਲਦੀਆਂ ਹਨ ਅਤੇ ਸਦ ਖੁਸ਼ੀਆਂ ਸਦ ਚਾਉ ਵਾਲੇ ਸੱਚੇ ਆਨੰਦ ਅਹਿਲਾਦੀ ਲਾਹੇ ਮਿਲਦੇ ਹਨ ਅਤੇ ਮੁਖ ਉੱਜਲ ਹੁੰਦੇ ਹਨ। ਮੁਖ ਉੱਜਲਤਾਈਆਂ ਦੇ ਟਿੱਕੇ ਤਿਨਾਂ ਗੁਰਮੁਖਾਂ ਦੇ ਮੁਖ ਤੇ ਨਿਕਲਦੇ ਹਨ ਜਿਨ੍ਹਾਂ ਦੇ ਮਨਾਂ ਅੰਦਰ ਸੱਚੇ ਨਾਮ ਦਾ ਨਿਵਾਸ
ਧੁਰ ਤਾਈਂ ਓੜ ਨਿਭਦਾ ਹੈ ਯਥਾ ਗੁਰਵਾਕ। ਜਿੱਥੈ ਮਿਲੈ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ। ਸ੍ਰੀ ਰਾਗ ਮਹਲਾ ਪਹਿਲਾ। ਪਰ ਨਾਮਹੀਣੇ ਮਨਮੁਖ ਇਹਨਾਂ ਮੁਖ ਉੱਜਲ ਟੀਕ ਵਡਿਆਈਆਂ ਤੋਂ ਖਾਲੀ ਹੀ ਰਹਿ ਜਾਂਦੇ ਹਨ। ਉਹਨਾਂ ਨੂੰ ਅੱਗੇ ਜਾ ਕੇ ਪਤਾ ਲੱਗੂ ਕਿ ਉਹ ਸੱਚਮੁੱਚ ਨਾਮ ਵਿਹੂਣ ਇਸ ਸੱਚੀ ਵਥ ਵਡਿਆਈ ਤੋਂ ਸਖਣੇ ਰਹਿ ਗਏ। ਉਹਨਾਂ ਦਾ ਮਨੁੱਖਾ ਜਨਮ ਐਵੇਂ ਅਕਾਰਤ ਹੀ ਗਿਆ ਯਥਾ ਗੁਰਵਾਕ। ਅੱਗੇ ਗਿਆ ਜਾਣੀਐ ਵਿਣ ਨਾਵੈ ਵੇਕਾਰ। ਸ੍ਰੀ ਰਾਗ ਮਹਲਾ ਪਹਿਲਾ। ਮਨਮੁੱਖਾਂ ਨੂੰ ਤਾਂ ਅੱਗੇ ਜਾ ਕੇ ਹੀ ਇਸ ਅੱਗੇ ਦਾ ਤੇ ਅੱਗੇ ਦੇ ਵਰਤਾਰੇ ਦਾ ਪਤਾ ਲੱਗੇਗਾ, ਪਰੰਤੂ ਪ੍ਰਤੀਤ ਵਾਲੇ ਗੁਰਮੁੱਖਾਂ ਨੂੰ ਇਸ ਅੱਗੇ ਦੀ ਇੱਥੇ ਹੀ ਖਬਰ ਤੇ ਪਤੀਜ ਹੈ। ਮਨਮੁੱਖਾਂ ਦੀਆਂ ਸਭ ਸਿਆਣਪਾਂ ਚਤੁਰਾਈਆਂ ਇੱਥੇ ਹੀ ਜਲ ਜਾਣਗੀਆਂ, ਜਿਨ੍ਹਾਂ ਸਿਆਣਪਾਂ ਤੇ ਚਤੁਰਾਈਆਂ ਕਰਕੇ ਉਹਨਾਂ ਦੀ ਨਾਮ ਉੱਤੇ ਪ੍ਰਤੀਤ ਨਹੀਂ ਆਉਂਦੀ ਤੇ ਨਾ ਹੀ ਅੱਗੇ ਦੀ ਪਤੀਜ ਉਪਜਦੀ ਹੈ। ਬਸ ਉਹ ਇੱਥੋਂ ਖਾਲੀ ਹੱਥ ਰੋਂਦੇ ਹੀ ਉੱਠ ਜਾਣਗੇ ਤੇ ਅਗਲੀ ਦੁਨੀਆ ਨੂੰ ਲੱਦ ਜਾਣਗੇ। ਅਗਲੀ ਦਰਗਾਹ ਵਿੱਚ ਗਿਆਂ ਹੀ ਉਹਨਾਂ ਨੂੰ ਪਤਾ ਲੱਗੂ ਕਿ ਨਾਮ ਵਿਸਾਰਿਆਂ ਅਗਲੀ ਦਰਗਾਹ ਗਿਆਂ ਉਹਨਾਂ ਨਾਲ ਕੀ ਬਣੇਗੀ ਤੇ ਉੱਥੇ ਕੀ ਬਣਦੀ ਹੈ ਯਥਾ ਗੁਰਵਾਕ। ਨਰਕ ਪਰੈ ਤੇ ਮਾਨਈ ਜੋ ਹਰ ਨਾਮ ਉਦਾਸ। ਸ਼ਲੋਕ ਕਬੀਰ ਜੀ। ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ, ਨਾਨਕ ਨਾਮ ਵਿਸਾਰਿਆ ਦਰ ਗਿਆਂ ਕਿਆ ਹੋਏ। ਸ੍ਰੀ ਰਾਗ ਮਹਲਾ ਪਹਿਲਾ। ਨਾਮ ਤੋਂ ਬਿਨਾਂ ਜਿਤਨੇ ਵੀ ਜਪ ਤਪ ਸੰਜਮੀ ਆਨ ਮਤਾਂ ਵਾਲੇ ਸਿੰਗਾਰ ਹਨ, ਇਹਨਾਂ ਦੁਆਰਾ ਪਿਰੀ ਪ੍ਰੀਤਮ ਦੀ ਪ੍ਰਾਪਤੀ ਨਹੀਂ ਹੁੰਦੀ। ਪਿਰ ਬਿਨ ਸਿੰਗਾਰ ਸਭ ਬਿਰਥੇ ਹਨ, ਤਿਨਾਂ ਦੇ ਕਰਨਹਾਰਿਆਂ ਨੂੰ ਦਰ ਢੋਈ ਨਹੀਂ ਮਿਲਦੀ। ਇਸ ਤਰ੍ਹਾਂ ਦਾ ਝੂਠਾ ਸਿੰਗਾਰ ਦਰਗਾਹ ਵਿੱਚ ਖੁਆਰ ਕਰਨਹਾਰਾ ਹੀ ਹੈ ਯਥਾ ਗੁਰਵਾਕ। ਮੁੰਧੇ ਪਿਰ ਬਿਨ ਕਿਆ ਸਿੰਗਾਰ, ਦਰ ਘਰ ਢੋਈ ਨਾ ਲਹੈ ਦਰਗਾਹ ਝੂਠ ਖੁਆਰ। ਰਹਾਉ। ਸ੍ਰੀ ਰਾਗ ਮਹਲਾ ਪਹਿਲਾ। ਨਾਮ ਵਿਸਾਰਨ ਹਾਰੇ ਅੰਧਲੇ ਮੂਰਖ ਗਾਵਾਰ ਮਨਮੁਖੀਏ ਪੁਰਸ਼ ਅੰਧ ਧੁੰਦ ਗੁਬਾਰ ਵਿੱਚ ਹੀ ਫਿਰਦੇ ਰਹਿੰਦੇ ਹਨ। ਤਿਨਾਂ ਦਾ ਆਵਣ ਜਾਣ ਨਹੀਂ ਚੁੱਕਦਾ। ਉਹ ਮੁੜ ਮੁੜ ਜੰਮ ਜੰਮ ਕੇ ਤੇ ਮਰ ਮਰ ਕੇ ਜੂਨੀਆਂ ਵਿੱਚ ਖੁਆਰ ਹੀ ਹੁੰਦੇ ਰਹਿੰਦੇ ਹਨ ਯਥਾ ਗੁਰਵਾਕ। ਅੰਧਲੇ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ, ਆਵਣ ਜਾਣ ਨਾ ਚੁੱਕਈ ਮਰ ਜਨਮੈ ਹੋਏ ਖੁਆਰ। ਸ੍ਰੀ ਰਾਗ ਮਹਲਾ ਪਹਿਲਾ। ਇਸ ਗੁਰਵਾਕ ਦੁਆਰਾ ਗੁਰਮਤ ਦਾ ਆਵਾਗਮਣੀ ਮਸਲਾ ਵੀ ਸਿੱਧ ਤੇ ਤਸਲੀਮ ਹੈ। ਆਵਾਗਾਉਣ ਦੇ ਅਸੂਲ ਤੋਂ ਕੋਈ ਸਿੱਖ ਸਿਰ ਫੇਰ ਨਹੀਂ ਸਕਦਾ। ਜਨਮ ਜੋਨੀਆਂ ਵਿੱਚ ਪਾਉਣਾ ਹੀ ਪੈਂਦਾ ਹੈ ਤੇ ਛੁਟਕਾਰਾ ਗੁਰਮਤ ਨਾਮ ਜਪਿਆਂ ਹੀ ਹੁੰਦਾ ਹੈ। ਨਾਮ ਜਪਣ ਦੀ ਸੱਚੀ ਕਾਰੇ ਲੱਗਿਆਂ ਹੀ ਹੁੰਦਾ ਹੈ। ਨਾਮ ਦੀ ਸੱਚੀ ਕਾਰ ਕਮਾਈ ਅਭਿਆਸ ਸੇਵਾ ਦੇ ਪ੍ਰਤਾਪ ਕਰ ਸੱਚ ਦੀ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਹ ਵਾਹਿਗੁਰੂ ਰੂਪੀ ਸੱਚ ਪਦਾਰਥ ਗੁਰਮਤ ਦੁਆਰਾ ਹੀ ਪੱਲੇ ਪੈਂਦਾ ਹੈ, ਐਵੇਂ ਨਹੀਂ। ਜਿਸ ਦੇ ਇਹ ਪਦਾਰਥ ਪੱਲੇ ਪਿਆ ਹੈ ਉਹ ਜੀਵਨ ਮੁਕਤ ਹੋ ਜਾਂਦਾ ਹੈ, ਉਹ ਜਨਮ ਮਰਨ ਰਹਿਤ ਹੋ ਜਾਂਦਾ ਹੈ, ਜੂਨਾਂ ਵਿੱਚ ਨਹੀਂ ਪੈਂਦਾ। ਉਹ ਉੱਜਲ ਮੁਖ ਲੈ ਕੇ ਜਾਂਦਾ ਹੈ ਤੇ ਹਰ ਦਰਗਾਹੇ ਖਾਸ ਦਰ ਪਰਵਾਨੀ ਦਰ ਪ੍ਰਧਾਨੀ ਸਿਰੋਂ ਪਾਉ ਸੇਤੀ ਪੈਦਾ ਪਹਿਨਾਇਆ ਜਾਂਦਾ ਹੈ ਯਥਾ ਗੁਰਵਾਕ। ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੇ ਪਾਏ, ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ, ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ। ਸ੍ਰੀ ਰਾਗ ਮਹਲਾ ਪਹਿਲਾ। ਇਹ ਗੁਰਵਾਕ ਗੁਰਮਤ ਦੇ ਦੋ ਅਸੂਲ ਪ੍ਰਵਾਨਤਾ ਹੈ। ਪਹਿਲਾ ਆਵਾਗਾਉਣ ਦੇ ਮਸਲੇ ਵਾਲਾ, ਦੂਜਾ ਹਰ ਦਰਗਾਹ ਦੀ ਸਤਤਾ ਵਾਲਾ। ਸਤਿਗੁਰੂ ਦੀ ਸੱਚੀ ਸੇਵਾ ਸਤਿਗੁਰੂ ਦ੍ਰਿੜਾਈ ਦੀਕਸ਼ਾਈ ਭਗਤੀ ਹੈ। ਗੁਰ ਦੀਖਿਆ ਗੁਰਮੰਤਰ ਗੁਰਮਤ ਨਾਮ ਦੀ ਅਭਿਆਸ ਕਮਾਈ ਕਰਨਾ ਮਾਨੋ ਸਤਿਗੁਰੂ ਦੀ ਸੱਚੀ ਸੇਵਾ ਵਿਖੇ ਤਤਪਰ ਹੋਣਾ ਹੈ। ਜੋ ਗੁਰਮੁਖ ਸਤਿਗੁਰ ਦੀ ਇਸ ਸੱਚੀ ਸੇਵਾ ਕਮਾਈ ਵਿੱਚ ਸਦਾ ਤਤਪਰ ਰਹਿੰਦਾ ਹੈ, ਤਿਸ ਵਿਟੋਂ ਸਤਿਗੁਰੂ ਸੱਚੇ ਪਾਤਸ਼ਾਹ ਵਾਰਨੇ ਬਲਿਹਾਰਨੇ ਜਾਂਦੇ ਹਨ। ਤਿਸ ਗੁਰਮੁਖ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਖੁੱਲੇ ਦਰਵਾਜ਼ੇ ਲਿਜਾਇਆ ਜਾਂਦਾ ਹੈ, ਜਿੱਥੇ ਲਿਜਾ ਕੇ ਸੱਚੀ ਮਾਨ ਪ੍ਰਤਿਸ਼ਠਾ ਦਾ ਸਿਰੋਂ ਪਾਉ ਪਹਿਨਾਇਆ ਜਾਂਦਾ ਹੈ। ਧੁਰ ਦਰਗਾਹੀ ਹਜ਼ੂਰੀ ਵਿੱਚ ਪਹੁੰਚ ਕੇ ਮੁੱਖ ਨਾਮ ਨਿਵਾਸੀ ਅਭਿਆਸੀ ਜਨ ਦਾ ਨਾਮ ਵਿੱਚ ਹੀ ਨਿਵਾਸ ਰਹਿੰਦਾ ਹੈ ਯਥਾ ਗੁਰਵਾਕ। ਸਤਿਗੁਰ ਸੇਵੇ ਆਪਣਾ ਹਉ ਸਦਗੁਰ ਬਾਣੈ ਤਾਸ, ਖੜ ਦਰਗਾਹ ਪਹਿਨਾਈਐ ਮੁਖ ਹਰ ਨਾਮ ਨਿਵਾਸ। ਸ੍ਰੀ ਰਾਗ ਮਹਲਾ ਪਹਿਲਾ। ਨਾਮ ਨਿਵਾਸੀ ਪਿਆਰਿਆਂ ਨੂੰ ਇੱਕ ਤਿਲ ਵੀ ਜੇ ਨਾਮ ਵਿਸਰ ਜਾਏ ਤਾਂ ਤਿਨਾਂ ਦਾ ਮਰਨ ਹੋ ਜਾਂਦਾ ਹੈ। ਲਾਖ ਵੇਦਨ ਵੇਦਨਾਈ ਜਿੱਡਾ ਵੱਡਾ ਰੋਗ
ਤਿਨਾਂ ਨੂੰ ਇੱਕ ਤਿਲ ਮਾਤਰ ਦੇ ਵਿਛੋੜੇ ਵਿੱਚ ਪ੍ਰਤੀਤ ਹੁੰਦਾ ਹੈ, ਤਾਂ ਤੇ ਉਹ ਨਾ ਜਿਉਂਦੇ ਤੇ ਨਾ ਹਰ ਦਰਗਾਹੇ ਪ੍ਰਵਾਨ ਹੋ ਕੇ ਨਾਮ ਅਭਿਆਸ ਭਾਉ ਭਗਤੀ ਛੱਡਦੇ ਹਨ। ਜਿਨ੍ਹਾਂ ਦਾ ਇੱਥੇ ਉੱਥੇ ਦੋਹੀਂ ਥਾਈਂ ਨਾਮ ਅਭਿਆਸ ਦਾ ਖਿਨ ਖਿਨ ਨਿਵਾਸ ਨਹੀਂ ਰਹਿੰਦਾ, ਤਿਨਾਂ ਨੂੰ ਹਰ ਦਰਗਾਹ ਸਿਰੋਂ ਪਾਓ ਸਿਰ ਖਾਸੀਆ ਸੱਚੜਾ ਮਾਨ ਨਹੀਂ ਮਿਲਦਾ। ਯਥਾ ਗੁਰਵਾਕ ਇੱਕ ਤਿਲ ਪਿਆਰਾ ਵੀਸਰੈ ਰੋਗ ਵੱਡਾ ਮਨ ਮਾਹੇ, ਕਿਉਂ ਦਰਗਾਹ ਪਤ ਪਾਈਐ ਜਾਂ ਹਰ ਨਾ ਵਸੈ ਮਨ ਮਾਹੇ। ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈਂ ਦਰਗਾਹ ਜਾਏ। ਸ੍ਰੀ ਰਾਗ ਮਹੱਲਾ ਪਹਿਲਾ। ਸਿੱਧ ਹੋਇਆ ਕਿ ਸੱਚੀ ਦਰਗਾਹ ਹੈ। ਇਸ ਸੱਚੀ ਦਰਗਾਹ ਦੀ ਹੋਂਦ ਹਸਤੀ ਤੋਂ ਕੋਈ ਸਿੱਖ ਮਾਤਰ ਇਨਕਾਰ ਨਹੀਂ ਕਰ ਸਕਦਾ। ਇਹ ਸੱਚੀ ਦਰਗਾਹ ਪਰਲੋਕ ਵਿੱਚ ਹੈ ਤੇ ਇਸ ਲੋਕ ਤੋਂ ਪਰੇਡੇ ਅਗਲੇ ਲੋਕ ਵਿੱਚ ਹੈ। ਸੋ ਗੁਰਮਤਿ ਸਿਧਾਂਤ ਅਨੁਸਾਰ ਅੱਗਾ ਸਿੱਧ ਹੋਇਆ ਤੇ ਜ਼ਰੂਰ ਸਿੱਧ ਹੋਇਆ। ਪਰ ਇਸ ਸੱਚੀ ਦਰਗਾਹ ਦਾ ਜ਼ਹੂਰ ਸੱਚੇ ਸਤਿਗੁਰੂ ਨੂੰ ਮੀਤ ਸਖਾ ਬਣਾਇਆ ਹੀ ਹੁੰਦਾ ਹੈ। ਸੱਚਾ ਸਤਿਗੁਰੂ ਤਿਨਾਂ ਦਾ ਹੀ ਮੀਤ ਸਖਾ ਬਣਦਾ ਹੈ ਜੋ ਉਸਦੇ ਆਗਿਆਕਾਰੀ ਹੁਕਮ ਰਜ਼ਾਈ ਚੱਲਣ ਹਾਰੇ ਗੁਰਸਿੱਖ ਪਿਆਰੇ ਹਨ। ਆਗਿਆਕਾਰੀ ਹੁਕਮ ਰਜ਼ਾਕਾਰੀ ਉਹੀ ਗੁਰਮੁਖ ਜਨ ਹਨ ਜੋ ਸਵਾਸ ਸਵਾਸ ਵਾਹਿਗੁਰੂ ਨਾਮ ਜਪਦੇ ਹਨ, ਜਿਨ੍ਹਾਂ ਨੇ ਇਸ ਬਿਧ ਸੱਚੇ ਸਤਿਗੁਰੂ ਨੂੰ ਆਪਣਾ ਮੀਤ ਕੀਤਾ ਹੈ ਤੇ ਸਤਿਗੁਰੂ ਦਾ ਦੜਾਇਆ ਨਾਮ ਸਵਾਸ ਸਵਾਸ ਲੀਤਾ ਹੈ। ਉਹ ਸੱਚੀ ਦਰਗਾਹ ਜਾਏ ਨਿਰਾ ਨਿਵਾਸ ਹੀ ਨਹੀਂ ਪਾਉਂਦੇ, ਸਗੋਂ ਨਾਮ ਨਾਮੀ ਗੁਣਤਾਸਮਈ ਸੱਚ ਸੱਚੇ ਵਾਹਿਗੁਰੂ ਦਾ ਸਨਮੁਖ ਦਰਸ ਵਿਕਾਸ ਵੀ ਪਾਈ ਰੱਖਦੇ ਹਨ। ਜਿਹੜੇ ਨਾਮ ਦੇ ਸੱਚੇ ਵਣਜਾਰੇ ਨਾਮ ਰੂਪੀ ਸੱਚੇ ਵੱਖਰ ਨੂੰ ਇਸ ਲੋਕ ਵਿੱਚ ਰਹਿੰਦੇ ਹੋਏ ਆਪਣੇ ਹਿਰਦੇ ਅੰਦਰ ਸੰਭਾਲੀ ਰੱਖਦੇ ਹਨ ਤੇ ਸਾਰੀ ਉਮਰ ਇਸ ਸੱਚੇ ਸੌਦੇ ਨੂੰ ਵਿਹਾਜਦੇ ਰਹਿੰਦੇ ਹਨ, ਤਿਨਾਂ ਦੀ ਅਗਲੀ ਦੁਨੀਆ ਵਿੱਚ ਜਾਣ ਸਮੇਂ ਸੱਚਾ ਸ਼ਾਹ ਸੁਜਾਨ ਆਪ ਸੰਭਾਲ ਕਰ ਲੈਂਦਾ ਹੈ। ਸਣੇ ਸੱਚੀ ਵਸਤ ਦੇ ਸੱਚੇ ਸ਼ਾਹ ਦਾ ਵਸਤ ਨੂੰ ਸੰਭਾਲਣਾ ਕੀ ਹੈ, ਆਪਣੀ ਨਦਰ ਅੰਦਰ ਥਾਂ ਪਾਉਣਾ ਹੈ। ਯਥਾ ਗੁਰਵਾਕ ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀਐ ਜੈਸੀ ਨਿਭ ਹੈ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ। ਸ੍ਰੀ ਰਾਗ ਮਹੱਲਾ ਪਹਿਲਾ। ਸਿਮਰਨ ਸੇਵਾ ਕਾਲ ਕਮਾਈ ਕੀਤੀ ਜਿਨ੍ਹਾਂ ਦੀ ਇਸ ਦੁਨੀਆ ਵਿੱਚ ਥਾਂ ਪੈਂਦੀ ਅਤੇ ਤੋੜ ਨਿਭਣੀ ਨਿਭਦੀ ਹੈ, ਤਿਨਾਂ ਨੂੰ ਸੱਚੜੇ ਦੀ ਸੱਚੀ ਦਰਗਾਹ ਵਿੱਚ ਬੈਠਣ ਨੂੰ ਥਾਂ ਮਿਲਦਾ ਹੈ, ਜਿੱਥੇ ਉਹ ਸਦਾ ਲਈ ਸੁਰਖਰੂ ਹੋ ਕੇ ਰੰਗ ਰਲੀਆਂ ਮਾਣਦੇ ਤੇ ਲੁੱਡੀਆਂ ਪਾਉਂਦੇ ਹਨ। ਜਿਹਾ ਕਿ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ, ਕਉ ਨਾਨਕ ਬਾਂਹ ਲੁਡਾਈਐ। ਸ੍ਰੀ ਰਾਗ ਮਹੱਲਾ ਪਹਿਲਾ। ਅਗਲੀ ਦਰਗਾਹ ਵਿੱਚ ਗੁਰਮੁਖ ਪਿਆਰੇ ਦੇ ਆਨੰਦ ਰੰਗ ਮਾਨਣ ਦਾ ਕੈਸਾ ਹੂ-ਬਹੂ ਨਕਸ਼ਾ ਬਣਿਆ ਹੈ। ਕਿਹੜਾ ਗੁਰਸਿੱਖ ਹੈ ਜੋ ਅਗਲੀ ਦਰਗਾਹ ਦੀ ਹਸਤੀ ਤੋਂ ਮੁਨਕਰ ਹੋਣ ਦੀ ਦਲੇਰੀ ਕਰ ਸਕਦਾ ਹੈ। ਹਾਂ, ਮਾਇਆ ਮੋਹ ਲਪਟਾਏ ਲੱਥ ਪਥਾਏ ਮਨਮੁੱਖਾਂ ਨੂੰ ਇਸ ਅਗਲੀ ਦਰਗਾਹ ਦੀ ਪ੍ਰਤੀਤ ਨਹੀਂ ਆ ਸਕਦੀ, ਕਿਉਂਕਿ ਉਹਨਾਂ ਦਾ ਵਿਹਾਰ ਹੀ ਨਿਤਾ ਪ੍ਰਤੀ ਮਾਇਆਗ੍ਰਸਤ ਮੋਹ ਲਪਟਸਤ ਰਹਿੰਦਾ ਹੈ। ਉਹਨਾਂ ਦੀ ਪਰਮਾਰਥ ਦੇ ਪਾਸੇ ਅੱਖ ਹੀ ਨਹੀਂ ਉਗੜਦੀ, ਉਹਨਾਂ ਨੂੰ ਪਰਮਾਤਮਾ ਦੇ ਪਾਉਣ ਦੀ ਵੈਰਾਗ ਉਦਾਸੀ ਹੀ ਨਹੀਂ ਉਪਜਦੀ। ਤਿਨਾਂ ਨੂੰ ਪਰਮਾਰਥ ਦੇ ਸੱਚੇ ਸ਼ਾਹ ਸਤਿਗੁਰੂ ਦੇ ਦੁਆਰੇ ਜਾਏ ਸੱਚੀ ਦੀਕਸ਼ਾਮਈ ਸੁਮਤ ਲੈਣ ਦੀ ਲੋੜ ਹੀ ਨਹੀਂ ਭਾਸਦੀ। ਉਹ ਕਰਮਹੀਣ ਸਦਾ ਦੁਖੀ ਦਰਿਦਰੀ ਤੇ ਦੀਨ ਹੀ ਰਹਿੰਦੇ ਹਨ, ਗੁਰ ਸ਼ਬਦ ਨਹੀਂ ਚੀਂਦੇ, ਅੱਗੇ ਜਾ ਕੇ ਖੀਨ ਖਰਾਬ ਤੇ ਪਤਹੀਣ ਹੁੰਦੇ ਹਨ, ਰਹਿੰਦੀ ਖੁੰਦੀ ਪਤ ਵੀ ਖੋ ਲੈਂਦੇ ਹਨ। ਇਹ ਹਉਮੈ ਬੰਧਨੀ ਮਨਮੁੱਖਾਂ ਸਾਖਤਾਂ ਦਾ ਹਾਲ ਹੁੰਦਾ ਹੈ, ਜਿਨ੍ਹਾਂ ਗੁਰਮੁੱਖਾਂ ਸਤਿਗੁਰੂ ਦੀ ਦੀਖਿਆ ਲੈ ਨਿਗੁਰਿਓਂ ਸਗੁਰੇ ਹੋਏ ਕੇ ਹਉਮੈ ਖੋਈ ਹੈ, ਤਿਨਾਂ ਨਾਮ ਰਤਿਆਂ ਨੂੰ ਹੀ ਸੱਚੜੀ ਦਰਗਾਹੇ ਸੱਚਾ ਸੁਖ ਮਿਲਦਾ ਹੈ। ਗੁਰੂ ਦੇ ਗੁਰਮੁਖ ਸਿੱਖ ਗੁਰਮਤਿ ਕਰਮ ਸੁਕਰਮ ਨਾਮ ਮਰੰਮੀ ਨਾਮ ਸਿਫਤੰਮੀ ਕਰਮ ਕਮਾਉਂਦੇ ਹੋਏ ਵਿਗਾਸ ਵਿਗਸਮੀ ਰੰਗ ਰਗੰਮੀ ਹੀ ਰਹਿੰਦੇ ਹਨ। ਦਿਨ ਰਾਤ ਸੰਝ ਪ੍ਰਭਾਤ ਭਗਤੀ ਰੱਤੇ ਹੀ ਰਹਿੰਦੇ ਹਨ। ਇੱਥੇ ਵੀ ਅਤੇ ਉੱਥੇ ਵੀ ਬੈਰਾਗ ਆਨੰਦੀਏ ਤੇ ਆਨੰਦ ਬੈਰਾਗੜੀਏ ਹੀ ਰਹਿੰਦੇ ਹਨ। ਇਸ ਤਰ੍ਹਾਂ ਹਉਮੈ ਮਾਰ ਕੇ ਉਹ ਉੱਕੇ ਹੀ ਨਿਸ਼ਚਿੰਤ ਹੋ ਜਾਂਦੇ ਹਨ। ਦੋਹੀਂ ਸਰਾਈ ਸੁਰਖਰੂਈ ਹਾਸਲ ਕਰ ਉਹਨਾਂ ਨੂੰ ਫਿਕਰ ਚਿੰਤਾ ਕਾਸੇ ਦੀ ਨਹੀਂ ਰਹਿੰਦੀ। ਉਹਨਾਂ ਦੇ ਵੱਡੇ ਭਾਗ ਪਹਿਲਾਂ ਹੀ ਉਦੈ ਹੋਏ ਆਉਣ ਕਰਕੇ ਉਹਨਾਂ ਦਾ ਮੁੱਢ ਤੋਂ ਹੀ ਸਤਸੰਗ ਵਿੱਚ ਵਾਸਾ ਤੇ ਪ੍ਰੇਮ ਹੁਲਾਸਾ ਰਹਿੰਦਾ ਹੈ। ਅਹਨਿਸ ਸਤਸੰਗ ਨਿਵਾਸ ਦੇ ਪ੍ਰਤਾਪ ਕਰ ਤਿਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਐਸੀ ਹੁੰਦੀ ਹੈ ਕਿ ਉਹ ਸਦਾ ਹੀ ਸਹਿਜ ਆਨੰਦ ਵਿਵਸਥਾ ਵਿੱਚ ਹੀ ਲੀਨ ਮਗਲੀਨ ਰਹਿੰਦੇ ਹਨ।
इस प्रकार दे जो आनंद मगलीन नाम लिवलीन गुरसिख भगत हन, सोई सच्चे साध हन, सोई सच्चे बैरागी हन, सोई सच्चे राज जोगी हन। तिन्हां ने ही विचों आपा गवा लिया हुंदा है। हौमे दा उक्का ही विनाश होण करके ਉਹ ਖਿਨ ਖਿਨ ਹਰਦਮ ਹੀ ਹਰ ਰਸ ਪੀ ਅਗਾਏ ਰਹਿੰਦੇ ਹਨ। ਐਸਾ ਨਾਮ ਨਿਧਾਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਲੀ ਤੇ ਕੱਢ ਕੇ ਦਿਖਾ ਦਿੱਤਾ ਹੁੰਦਾ ਹੈ ਅਤੇ ਹਿਰਦੇ ਵਿਕਸਿਤ ਕਰਾ ਦਿੱਤਾ ਹੁੰਦਾ ਹੈ, ਜਿਸ ਪ੍ਰਸਾਦ ਉਹ ਸਦ ਸਦਾ ਖੀਵੇ ਦਰਸ ਵਿਗਸੀਵੇ ਹੀ ਰਹਿੰਦੇ ਹਨ। ਯਥਾ ਗੁਰਵਾਕ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ, ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰਗਹ ਪਤ ਖੋਏ। ਹਉਮੈ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ। ਗੁਰਮੁਖ ਕਰਮ ਕਮਾਵੈ ਬਿਗਸੈ ਹਰ ਬੈ ਰਾਗ ਆਨੰਦ, ਅਹਨਿਸ ਭਗਤ ਕਰੇ ਦਿਨ ਰਾਤੀ ਹਉਮੈ ਮਾਰ ਨਿਚੰਦ। ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ। ਸੋ ਸਾਧੂ ਬੈ ਰਾਗੀ ਸੋਈ ਹਿਰਦੈ ਨਾਮ ਵਸਾਏ, ਅੰਤਰ ਲਾਗ ਨ ਤਾਮਸ ਮੂਲੇ ਵਿੱਚੋਂ ਆਪ ਗਵਾਏ। ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਅਘਾਏ। ਸ੍ਰੀ ਰਾਗ ਮਹਲਾ ਤੀਜਾ। ਗੁਰਬਾਣੀ ਅੰਦਰ ਥਾਂ ਥਾਂ ਗੁਰੂ ਸਾਹਿਬ ਦੇ ਇਹ ਹੁਕਮ ਸਪਸ਼ਟ ਨਿਖਰਵੇਂ ਅੱਖਰਾਂ ਵਿੱਚ ਪਾਏ ਜਾਂਦੇ ਹਨ। ਜੋ ਲੋਕ ਗੁਰੂ ਤੋਂ ਬੇਮੁਖ ਹੋ ਕੇ ਮਨਮੁੱਖਾਂ ਵਾਲੇ ਕਰਮ ਕਮਾਉਂਦੇ ਹਨ, ਉਹਨਾਂ ਨੂੰ ਅੱਗੇ ਦਰਗਾਹ ਅੰਦਰ ਸਜ਼ਾਵਾਂ ਮਿਲਦੀਆਂ ਹਨ। ਇਸ ਭੁਲੇਖੇ ਵਿੱਚ ਕੋਈ ਨਾ ਰਹੇ ਕਿ ਇਹ ਕੇਵਲ ਰੋਚਕ ਭਿਆਨਕੀ ਡੂਮ ਡਰਾਵੇ ਹੀ ਦਿੱਤੇ ਹੋਏ ਹਨ ਕਿ ਲੋਕ ਬੁਰੇ ਕਰਮਾਂ ਤੋਂ ਹਟ ਜਾਣ। ਬੁਰੇ ਕਰਮਾਂ ਤੋਂ ਹਟਾਉਣਾ ਵੀ ਸਤਿਗੁਰਾਂ ਦਾ ਇੱਕ ਪਰਮਾਰਥ ਉਦੇਸ਼ੀ ਮੁੱਖ ਉਪਦੇਸ਼ ਹੈ, ਪਰ ਕੁੜਾਵੇ ਭੈ ਦੇ ਕੇ ਜਾਂ ਦਿਖਾ ਕੇ ਐਸਾ ਕਰਨਾ ਸਤਿਗੁਰੂ ਦੀ ਸਤਿਗੁਰਤਾ ਵਾਲੀ ਵਡਿਆਈ ਨੂੰ ਹਾਸੋਹੀਣਾ ਬਣਾਉਂਦਾ ਹੈ। ਕੁੜਾਵਾ ਭੈ ਦੇਣਾ ਸਤਿਗੁਰੂ ਦੀ ਮਹੱਤਤਾ ਨਹੀਂ, ਨਾ ਹੀ ਗੁਰੂ ਗਿਆਨਕਤਾ ਹੈ। ਭੈ ਕਾਹੂ ਕੋ ਦੇਤ ਨੈ ਭੈ ਮਾਨਤਾਨ। ਸ਼ਲੋਕ ਮਹਲਾ 9। ਹੀ ਗੁਰੂ ਗਿਆਨ ਉਪਦੇਸ਼ ਮਹਾਨਤਾ ਹੈ, ਪਰਮੇਸ਼ਰ ਕੈ ਦੁਆਰਾ ਜੇ ਹੋਏ ਬਤੀਤੈ ਸੋ ਨਾਨਕ ਆਖ ਸੁਣਾਵੈ। ਆਸਾ ਮਹਲਾ 5। ਵਾਲੀ ਵਾਸਤਵਤਾ ਦਰਸਾਉਣੀ, ਸਾਂਗੋ ਪਾਂਗ ਦਰਪਨਾਉਣਾ ਸਤਿਗੁਰੂ ਦੀ ਸਤ ਮਹੱਤਤਾ ਵਾਲਾ ਵਾਸਤਵਿਕ ਕਰਤੱਵ ਹੈ। ਤਾਂ ਤੇ ਇਸ ਕੁੜਾਵੇ ਪ੍ਰਵਾਸੇ ਅਵੇਸਲੇ ਹੋ ਰਹਿਣਾ ਕਿ ਅੱਗੇ ਕੋਈ ਦਰਗਾਹ ਨਹੀਂ, ਨਾ ਹੀ ਕੋਈ ਸਜ਼ਾ ਮਿਲਣੀ ਹੈ, ਐਵੇਂ ਡੂਮ ਡਰਾਵਾ ਹੀ ਹੈ। ਐਸਾ ਕੁਡੰਗਾ ਢੰਗ ਖਿਆਲ ਕੁਡੰਗਣਾ ਮਹਾਮੂਰਖਤਾ ਭਰਿਆ ਅਗਿਆਨ ਹੈ। ਗੁਰਵਾਕਾਂ ਦੁਆਰਾ ਨਿਰੂਪਣ ਹੋਇਆ ਸਤਿਗੁਰੂ ਸਾਹਿਬ ਦਾ ਤਤ ਫੁਰਮਾਨ ਸਭ ਸਤੋ ਸਤ ਹੈ। ਇੱਕ ਵਾਰ ਨਹੀਂ ਅਣਗਿਣਤ ਵਾਰ, ਇੱਕ ਥਾਂ ਨਹੀਂ ਅਣਗਿਣਤ ਥਾਂ ਗੁਰਬਾਣੀ ਅੰਦਰ ਐਸੇ ਫੁਰਮਾਨ ਆਉਂਦੇ ਹਨ। ਉਦਾਹਰਣ ਵਜੋਂ ਕੁਝ ਕੁ ਪ੍ਰਮਾਣ ਤਿੰਨਾਂ ਫੁਰਮਾਨਾਂ ਦੇ ਅੱਗੇ ਦਿੱਤੇ ਜਾਂਦੇ ਹਨ। ਮਨਮੁਖ ਕਰਮ ਕਮਾਵਣੇ ਦਰਗਾਹ ਮਿਲੈ ਸਜ਼ਾਏ। ਹਉਮੈ ਵਿੱਚ ਜਗ ਬਿਨਸਦਾ ਮਰ ਜੰਮੈ ਆਵੈ ਜਾਏ। ਮਨਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗਵਾਏ। ਸ੍ਰੀ ਰਾਗ ਮਹਲਾ ਤੀਜਾ। ਮਨਮੁਖਤਾ ਪਰਲੇ ਦਰਜੇ ਦੀ ਹਉਮੈ ਅਹੰਗਤਾ ਹੈ। ਸਾਰਾ ਜਗਤ ਇਸੇ ਵਿੱਚ ਭੰਬਲ ਭੂਸੇ ਖਾ ਰਿਹਾ ਹੈ। ਜਿੰਨੇ ਵੀ ਇਸ ਹਉਮੈ ਬਿਆਦ ਉਪਾਧੀ ਵਾਲੇ ਮਨਮੁਖੀ ਕਰਮ ਹਨ, ਤਿਨਾਂ ਬਦਲੇ ਸੱਚੀ ਦਰਗਾਹ ਅੰਦਰ ਸਜ਼ਾ ਜ਼ਰੂਰ ਮਿਲਣੀ ਹੈ, ਅਵਸ਼ਮੇਵ ਮਿਲਣੀ ਹੈ, ਟਲਣੀ ਨਹੀਂ। ਪਰ ਖਿਆਲ ਕੋਈ ਨਹੀਂ ਕਰਦਾ, ਨਾ ਕੋਈ ਸਮਝਦਾ ਹੈ। ਨਾ ਸਮਝਣ ਨਾਲ ਦਰਗਾਹੀ ਸਜ਼ਾ ਵਾਲੀ ਬੜਾ ਟਲ ਨਹੀਂ ਜਾਣੀ, ਜ਼ਰੂਰ ਭੁਗਤਣੀ ਪਊ। ਇਸ ਮਨਮੁਖਤਾ ਭਰੀ ਹਉਮੈ ਦੇ ਕਾਰਨ ਹੀ ਸਾਰਾ ਜਗ ਬਿਨਸਦਾ ਹੈ, ਮਰ ਮਰ ਜੰਮਦਾ ਹੈ ਅਤੇ ਜੰਮ ਜੰਮ ਕੇ ਫੇਰ ਆਉਂਦਾ ਜਾਂਦਾ ਅਤੇ ਆਵਾਗਮਣੀ 84 ਦੇ ਗੇੜ ਵਿੱਚ ਪਾਉਂਦਾ ਹੈ। ਹਉਮੈ ਗ੍ਰਸੇ ਮਨਮੁੱਖਾਂ ਨੂੰ ਗੁਰ ਸ਼ਬਦ ਦੀਖਿਆ, ਗੁਰ ਉਪਦੇਸ਼ ਸਤਤਾ ਦੀ ਪ੍ਰਤੀਤ ਨਹੀਂ ਆਉਂਦੀ, ਗੁਰ ਸ਼ਬਦ ਦੀ ਸਾਰ ਨਹੀਂ ਆਉਂਦੀ। ਤਾਂ ਹੀ ਤੇ ਸਾਰਾ ਸੰਸਾਰੀ ਲਾਣਾ ਹਉਮੈ ਭਰਮ ਭੁਲਾਣਾ ਹੋਏ ਕੈ ਆਪਣੀ ਪਤ ਆਬਰੂ ਗਵਾ ਕੇ ਆਪਣੀ ਮਨਮੁਖਤਾ ਨੂੰ ਝੁਠਲਾ ਕੇ ਚਲਿਆ ਜਾਂਦਾ ਹੈ। ਦੋਏ ਹੱਥ ਝਾੜ ਖਾਲੀ ਹੀ ਚਲਿਆ ਜਾਂਦਾ ਹੈ ਅਤੇ 184 ਜੂਨਾਂ ਵਿੱਚ ਭੌਂਦਾ ਫਿਰਦਾ ਹੈ। ਤਾਂ ਤੇ ਇਸ ਉੱਪਰਲੇ ਗੁਰਵਾਕ ਤੋਂ ਦ੍ਰਿੜ ਕਰ ਮੰਨਣ ਯੋਗ ਜੋ ਸੱਤ ਵਾਸਤਵਤਾਈਆਂ ਹਨ, ਉਹ ਇਹ ਹਨ ਜੋ ਅਵਸ਼ ਬੰਦੇ ਦੇ ਸਿਰ ਤੇ ਖੜੀਆਂ ਹਨ ਅਤੇ ਹੋ ਕੇ ਰਹਿਣਗੀਆਂ। ਪਹਿਲੀ ਅਗਲੀ ਦਰਗਾਹ ਹੈ, ਦੂਜੀ ਉੱਥੇ ਜਾਣਾ ਪਊ ਅਤੇ ਮਨਮੁਖਤਾ ਦਾ ਲੇਖਾ ਦੇਣਾ ਪਊ, ਤੀਜੀ ਉੱਥੇ ਮਿਲੀ ਸਜ਼ਾ ਜ਼ਰੂਰ ਭੁਗਤਣੀ ਪਊ, ਚੌਥੀ ਸਜ਼ਾ ਮਿਲੂ ਟਲਣੀ ਨਹੀਂ, ਪੰਜਵੀਂ ਹਉਮੈ ਅਤੇ ਮਨਮੁਖਤਾ ਦੇ ਕਾਰਨ ਬਿਨਸਦੇ ਜਗਤ ਨੂੰ ਆਵਾਗਮਨ ਮੁੜ ਮੁੜ ਜੰਮਣ ਮਰਨ ਵਿੱਚ ਪੈਣਾ ਪਊ, ਛੇਵਾਂ ਆਵਾਗਵਨੀ ਮੁੜ ਮੁੜ ਮਰ ਜਨਮਣੀ ਅਸੂਲ ਗੁਰਮਤ ਦਾ ਮੰਨਿਆ ਦੰਨਿਆ ਸਤ ਤੱਤਵੀ ਅਸੂਲ ਹੈ।
इन्हां असूलों तो सिर फेरना गुरसिखां दा धर्म नहीं, मनमुखां दी मनमुखता है। सतवां, ये शब्द तिन्हां दे सिर ते खड़ा है जो गुर शब्द तो हीणे बेमुख हन। गुरु दे गुरमुखां शब्द मार्गी भगत जनां नूं सदा पंथ प्रगटा है। प्रगट पहारे वो सहज संवारे शिंगारे होए हर दरगाह पैदे जांदे हन। कोई उन्हां नूं अटकाओ ठाक ठहराओ हर दरगाह अंदर नहीं पाए सकदा। गुरमत नाम सलाहुण हारियां नूं सदा ही दरगाह अंदर सुरख रुई है। गुरमत नाम मन वसाउण हारियां दी सदा सदा ही नाम विखे लिवतार जुड़ी रहिंदी है। नाम लिव समाधि समाधत्यां नूं अनहद धुनी दर वजदे साफ सुनाई दिंदे हन। तिन्हां नूं सच्ची दरगाह विच सगों सच्ची शोभा वडियाई मिलदी है। गुरमुखां नूं पंथ प्रगटा दर ठाक ना कोई पाए, हर नाम सलाहन नाम मन नाम रहन लिव लाए, अनहद धुनी दर वजदे दर सच्चा शोभा पाए। श्री राग महला चौथा। केवल सतगुरु दे सेवकां सिखां नूं ही अगे दरगाह विच थां मिलदा है। यथा गुरवाक, जिन्नी सतगुर सेविया तिन अग्गै मिलिया थां। सतगुर तिन्हां ने ही सेविया है जो सतगुर दी सच्ची सच दृढ़ाई दीख्या लैके सच शब्द दे सेवन सिमरन हारे होए हन। तिन्हां नूं अगले परमार्थी लोक विखे सच्चे दी सच्ची दरगाह विखे सच्चा मुख अस्थानी थां मिलदा है। ऐसे भगत जनां नूं वाहिगुरू अपनी खास किरपा धार के सुरक्षित रखदा है अते तिन्हां दे हलत इस लोक विखे ते पलत अगले लोक विखे भी मुख उजले रखदा है। हलत पलत मुख उजले तिन्हां दे तां रहिंदे हन क्यों जो वो सारी उम्र खिन खिन सच्ची सिफत सलाह रूपी सिमरन कमाई वाली कार ही कमाउंदे रहिंदे हन अते सच्चे दे गुण गुरबाणी गावण रूपी सराउंदे सिफताउंदे रहिंदे हन। यथा गुरवाक, भगत जना को राखदा अपनी किरपा धार, हलत पलत मुख उजले साचे के गुणसार। श्री राग महला पंजवां। गुरमुख भगत संत जना गुर भाइयां नूं परस्पर मिल के सदा नाम संभालण दा इउं हुक्म है। यथा गुरवाक, संत जनों मिल भाइयो सच्चा नाम संभाल, तोसा बंधो जी का एथै उथै नाल। श्री राग महला पंजवां। इस गुरवाक तो ये सच्चाई भी चीनी गई है कि सच्चा नाम ही सच्चा तोशा है जो इत्थे इस लोक विखे उत्थे उस अगले लोक विखे नाल निभण वाला है। होर काई शै नहीं जो इत्थे उत्थे नाल निभ सके। जिन्हां गुरमुख जनां नूं सच्चड़े नाम दा आधार आया है उन्हां दियां सभे सारियां भुੱਖਾਂ इत्थे ही गवाईयां गईयां हन अते अगे चल के भी तिन्हां नूं नाम दा ही आधार रहना है। नाल निभण वाली हलत पलती तत्त वस्तु नाम ही है, पर यह तत्त वस्तु नाम दी गुरमत नाम दी तिन्हां नूं ही मिलदी है जिन्हां नूं सच्चे सतगुरु दी सच्ची प्राप्ति है। गुरु नानक दा दर घर ही सच्चा सतगुरु द्वारा है। होर राधा स्वामी आदि मत कुड़ावे परपंच पसारे ही हन जो आपे गुरु बण बण बहिंदे हन ते फोकियां डींगां गुरु बनन दियां मारदे हन। इस संसार विच आए सही जन ही परवान हन जिन्हां नूं गुरु नानक दरों घरों दरसाई सतता वाला सच्चा सतगुरु मिलिया है अते सुभाए ही मिलिया है। पूरबले शुभ कर्मां कर भाए सुभाए ही मिलिया है। तिन्हां नूं गुरद्वारियों सच्चड़ा नाम प्राप्त हुंदा है। नाम दी कमाई कर कर वो नाम रंगां विच रत्ते जांदे हन। नाम रंग रत्तियां सच्चे सेती रत्तियां नूं ही हर दरगाहे बैसण लई सच्ची जाए थाएं मिलदी है। यथा गुरवाक, आए से परवान हैं जिन गुर मिलिया सुभाए, सच्चे सेती रत्तियां दरगाह बैसण जाए। श्री राग महला पंजवां। बस हलत पलत विखे इत्थे भी उत्थे भी इस लोक विखे भी अते परलोक अगले लोक विखे भी सच्चे नाम द्वारा ही छुटकारा है। सिखां भाइयां संत जनां ने इस गुरमत सच्ची मतड़ी नूं सत करके मन्निया है। गुरमत नाम ही गुरसिखां लई सच्चा तीरथ है अते गुरमत नाम सलाहुणा ही गुरसिखां संतां लई गुर चरणां दा श्रेवणा है। यथा गुरवाक, संत जनों सुन भाइयो छूटन साचै नाए, गुर के चरण सरेवणे तीरथ हर का नाओ, आगै दरगह मन्नियै मिलै निथावें थाओ। श्री राग महला पंजवां।
ਇਸ ਗੁਰਵਾਕ ਦੁਆਰਾ ਸਪਸ਼ਟ ਨਿਰਣੈ ਹੋਇਆ ਕਿ ਸੱਚ ਨਾਏ ਨਿਸਤਾਰਿਆਂ ਨੂੰ ਹੀ, ਜਿਨ੍ਹਾਂ ਦਾ ਨਾਮ ਦੁਆਰਾ ਨਿਸਤਾਰਾ ਹੋਇਆ ਹੈ, ਸੱਚੀ ਦਰਗਾਹ ਅੰਦਰ ਢੋਈ ਮਿਲਦੀ ਹੈ। ਸਹੀ ਸੱਚੀ ਦਰਗਾਹ ਅੰਦਰ ਮੰਨੇ ਪਰਮੰਨੇ ਜਾਂਦੇ ਹਨ। ਜਿਨ੍ਹਾਂ ਨਿਮਾਣਿਆਂ ਨਿਤਾਣਿਆਂ ਨਿਥਾਵਿਆਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ, ਤਿਨਾਂ ਨੂੰ ਗੁਰਮਤਿ ਨਾਮ ਦੀ ਅਭਿਆਸ ਕਮਾਈ ਦੇ ਤੁਫੈਲ ਅਗਲੀ ਸੱਚੀ ਦਰਗਾਹ ਵਿੱਚ ਸੱਚਾ ਸੁਥਾਉ ਮਿਲੇਗਾ, ਜ਼ਰੂਰ ਮਿਲੇਗਾ। ਇਹ ਸਤਿਗੁਰੂ ਪਦ ਪ੍ਰਤੀਤਿਆ ਸੱਚ ਮੁੱਖ ਉਚਾਰਿਆ ਮਹਾਵਾਕ ਹੈ, ਜੋ ਸਾਰਾ ਸੱਚ ਹੈ ਅਤੇ ਸਦਾ ਸੱਚ ਹੀ ਵਰਤਦਾ ਹੈ। ਆਗੈ ਅਤੇ ਦਰਗਹਿ ਨਾਉ ਦੇ ਦੋਈ ਅੱਖਰ ਇਕੱਠੇ ਆਉਣ ਕਰ, ਆਗੈ ਦਰਗਹਿ ਇਸ ਬਿਧ ਆਉਣ ਕਰ, ਮਾਨੋ ਇਸ ਗੁਰਮਤਿ ਤਤ ਨਿਸ਼ਚੇ ਦੀ ਹੀ ਪ੍ਰੋੜਤਾ ਦਿਵਾਈ ਗਈ ਹੈ ਕਿ ਸੱਚੀ ਦਰਗਾਹ ਅਗਲੇ ਲੋਕ ਪਰਲੋਕ ਵਿੱਚ ਹੈ। ਇਸ ਪਰਲੋਕ ਦੀ ਦਰਗਾਹ ਬਿਨਾਂ ਹੋਰ ਕੋਈ ਸੱਚੀ ਦਰਗਾਹ ਨਹੀਂ। ਇਸ ਲੋਕ ਵਿਖੇ ਜੋ ਦਰਗਾਹਾਂ ਹਨ, ਸਭ ਝੂਠੀਆਂ ਦਰਗਾਹਾਂ ਹਨ। ਇਸ ਗੁਰਵਾਕ ਦੇ ਸੱਚੇ ਚਾਨਣੇ ਤਲੇ ਉਹ ਲੋਕ ਕਿਤਨੇ ਝੂਠੇ ਤੇ ਬਕਵਾਸੀ ਤੇ ਕਮਲੇ ਹਨ, ਜੋ ਮਨ ਮਤਸਰੀ ਹੋ ਕੇ ਇਹੀ ਕਹੀ ਜਾਂਦੇ ਹਨ ਕਿ ਜੋ ਕੁਝ ਹੈ ਸੋ ਇੱਥੇ ਹੀ ਹੈ, ਇਸੇ ਦੁਨੀਆ ਅੰਦਰ ਹੀ ਹੈ। ਅੱਗੇ ਨਾ ਕੋਈ ਅੱਗਾ ਹੈ, ਨਾ ਅਗਲੀ ਦਰਗਾਹ ਹੈ। ਅੱਗੇ ਨਾ ਕੋਈ ਨਿਆਉ ਨਿਬੇੜਾ ਹੈ, ਨਾ ਦੂਤ ਦੁਤੇੜਾ ਹੈ। ਪਰ ਉਹਨਾਂ ਨੂੰ ਪਤਾ ਲੱਗੂ ਅੱਗੇ ਚੱਲ ਕੇ ਤਿਨਾਂ ਨਾਲ ਕੀ ਵਰਤੇਗੀ। ਉਹ ਕੁਝ ਵਰਤੇਗੀ ਜੈਸਾ ਕਿ ਅਗਲੇਰੇ ਗੁਰਵਾਕ ਦਾ ਭਾਵ ਹੈ। ਜ਼ਰੂਰ ਵਰਤੇਗੀ, ਸਤ ਕਰ ਜਾਣਨਾ। ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ, ਜਮਦਰ ਬੱਧੇ ਮਾਰੀਆਂ ਕੂਕ ਨਾ ਸੁਣੈ ਪੁਕਾਰ, ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ। ਇਸ ਗੁਰਵਾਕ ਅੰਦਰ ਇਹ ਸੱਚਾਈਆਂ ਦਰਸਾਈਆਂ ਗਈਆਂ ਹਨ। ਪਹਿਲੀ ਕਿ ਜਿਨ੍ਹਾਂ ਨੇ ਸਤਿਗੁਰੂ ਦਾ ਸੱਚਾ ਸਿੱਖ ਬਣ ਕੇ ਅਤੇ ਸਤਿਗੁਰੂ ਦਾ ਆਗਿਆਕਾਰੀ ਸੇਵਕ ਹੋਏ ਕਹਿ ਸਤਿਗੁਰੂ ਦੀ ਸੱਚੀ ਸਿਮਰਨ ਰੂਪੀ ਸੇਵਾ ਭਗਤ ਕਮਾਈ ਨਹੀਂ ਕੀਤੀ, ਤਿਨਾਂ ਦਾ ਸੰਸਾਰ ਤੇ ਆਉਣਾ ਤੇ ਮਨੁੱਖਾ ਜੂਨ ਪਾਉਣਾ ਹੀ ਬਿਰਥਾ ਗਿਆ। ਤਿਨਾਂ ਨੇ ਮਨੁੱਖਾ ਜਨਮ ਬਿਰਥਾ ਗਵਾਇਆ ਹੈ। ਦੂਜੀ, ਤਿਨਾਂ ਨੂੰ ਬਾਰੰਬਾਰ ਆਵਾ ਗਾਉਣ, ਜੰਮਣ ਮਰਨ ਮਰਨ ਜੰਮਣ ਵਿੱਚ ਪੈਣਾ ਪਊ। ਤੀਜੀ, ਤਿਨਾਂ ਨੂੰ ਹਰ ਦਰਗਾਹ ਢੋਈ ਨਹੀਂ ਮਿਲਣੀ। ਚੌਥੀ, ਤਿਨਾਂ ਨੂੰ ਜਮਦਰ ਅੰਦਰ ਖੁਆਰ ਹੋਣਾ ਪਵੇਗਾ। ਉਹਨਾਂ ਨੂੰ ਬੰਨ੍ਹ ਕੇ ਉਹਨਾਂ ਦੀਆਂ ਮੁਸ਼ਕਾਂ ਕੱਸ ਕੇ ਜਮਦਰ ਵਿਖੇ ਲੈ ਜਾਇਆ ਜਾਊ, ਜਿੱਥੇ ਉਹਨਾਂ ਨੂੰ ਐਸੀ ਮਾਰ ਪਵੇਗੀ ਕਿ ਉਹ ਹਾਏ ਤੌਬਾ ਦੀ ਕੂਕ ਪੁਕਾਰ ਰੋਏ ਰੋਏ ਬਿਲਲਾਏ ਕੇ ਕਰਨਗੇ ਤੇ ਦੁਹਾਈਆਂ ਦੇਣਗੇ, ਪਰ ਤਿਨਾਂ ਦੀ ਕੂਕ ਪੁਕਾਰ ਕੋਈ ਨਾ ਸੁਣੇਗਾ। ਜਮ ਦੁਆਰ ਵਿਖੇ ਮੁਗਦਰਾਂ ਦੀ ਮਾਰ ਪੈਂਦੀ ਇਸ ਲੋਕ ਵਿਖੇ ਵਸਦੇ ਦਿਵ ਦ੍ਰਿਸ਼ਟੇ ਸੰਤ ਜਨਾਂ ਨੇ ਦੇਖੀ ਹੈ। ਜੀਵਨ ਮੁਕਤ ਗੁਰੂ ਘਰ ਦੇ ਅਨੰਦ ਸਿੱਖ ਸੰਤ ਜਨ ਗੁਰਪੁਰ ਨਿਵਾਸੀ ਸੰਤ ਸ਼ਾਮ ਸਿੰਘ ਜੀ ਨੇ ਆਪਣੀ ਲਿਵ ਸਮਾਧੀ ਅੰਦਰ ਪ੍ਰਤੱਖ ਦੇਖੇ ਨਜ਼ਾਰੇ ਦਾ ਬਿਰਤਾਂਤ ਨਿਜ ਲੇਖਣੀ ਤੋਂ ਲਿਖ ਕੇ ਵਰਣਨ ਕੀਤਾ ਹੈ, ਜਿਸ ਵਿੱਚ ਊਠਾਂ ਉੱਤੇ ਨਰੜ ਕੇ ਲੱਦੇ ਹੋਏ ਕਤਾਰਾਂ ਦੀਆਂ ਕਤਾਰਾਂ ਅਜਿਹੇ ਅਭਾਗਿਆਂ ਦੀਆਂ ਦੇਖੀਆਂ ਹਨ, ਜਿਨ੍ਹਾਂ ਤੇ ਮੁਗਦਰਾਂ ਦੁਆਰਾ ਜੰਮਾਂ ਦੀ ਮਾਰ ਪੈਂਦੀ ਦੇਖੀ ਹੈ ਅਤੇ ਉਹ ਬਿਲਲਾਉਂਦੇ ਤੇ ਕੂਕਦੇ ਕੁਰਲਾਉਂਦੇ ਸੁਣੇ ਹਨ। ਤਰਾਸਮਾਨ ਹੋ ਕੇ ਸੰਤ ਜੀ ਮਹਾਰਾਜ ਨੇ ਜਦੋਂ ਦੇਵਗਣਾਂ ਤੋਂ ਪੁੱਛਿਆ ਕਿ ਇਹ ਕੌਣ ਲੋਕ ਹਨ ਜਿਨ੍ਹਾਂ ਤੇ ਅਜਿਹੀ ਮਾਰ ਪੈਂਦੀ ਹੈ, ਤਾਂ ਉਹਨਾਂ ਨੇ ਦੱਸਿਆ ਕਿ ਇਹ ਉਹ ਨਿਗੁਰੇ ਨਿਗੁਸਾਏ ਪਰਪੰਚੀ ਪਖੰਡੀ ਲੋਕ ਹਨ, ਜਿਨ੍ਹਾਂ ਨੇ ਮਾਤ ਲੋਕ ਵਿਖੇ ਜਾਇ ਕੇ ਆਪਣੇ ਆਪ ਨੂੰ ਅਣਹੁੰਦਾ ਗੁਰੂ ਸਦਵਾਇਆ ਅਤੇ ਆਪਣੇ ਨਾਮ ਸੰਗ ਮੁਰੀਦਾਂ ਚੇਲਿਆਂ ਨੂੰ ਕੁਮਾਰਗੇ ਪਾਇਆ। ਸਿਵਾਏ ਆਪਣੇ ਪੈਰ ਪੁਜਾਉਣ ਤੋਂ ਅਤੇ ਚੇਲਿਆਂ ਦੀ ਉੱਨ ਲਾਉਣ ਤੋਂ ਹੋਰ ਕੋਈ ਕਰਮ ਨਹੀਂ ਕਰਵਾਇਆ, ਨਾ ਨਾਮ ਜਪਿਆ ਨਾ ਜਪਾਇਆ। ਨਾਮਹੀਣ ਨਕਟਪੰਥੀ ਮੀਣਿਆਂ ਦੀ ਇਹ ਦਸ਼ਾ ਦੇਖ ਕੇ ਸ੍ਰੀ ਸੰਤ ਜੀ ਮਹਾਰਾਜ ਬੜੇ ਹੀ ਭੈਮਾਨ ਹੋਏ। ਇਹ ਦ੍ਰਿਸ਼ਟਾਂਤ ਆਪਣੀ ਅੱਖੀਂ ਦੇਖ ਕੇ ਉਹਨਾਂ ਨੇ ਅੱਗੇ ਨੂੰ ਪ੍ਰਣ ਕਰ ਲਿਆ ਕਿ ਕਿਸੇ ਨੂੰ ਆਪਣੇ ਚਰਨਾਂ ਨੂੰ ਛੂਹਣ ਤੱਕ ਨਹੀਂ ਦੇਣਾ। ਅਸੀਂ ਇਹ ਬਿਰਤਾਂਤ ਸੁਣਾਏ ਕੇ ਅਤੇ ਹੋਰ ਨਿਜ ਬੀਤੀਆਂ ਨਿਜ ਲੋਇਣੀ ਦ੍ਰਿਸ਼ਟੀਆਂ ਸ਼ਾਦੀਆਂ ਦੇ ਕੇ ਕਈ ਇੱਕ ਭੁੱਲੜ ਪਰਪੰਚੀਆਂ ਨੂੰ ਆਪਣੇ ਆਪ ਤਾਂ ਹੀ ਗੁਰੂ ਸਦਾਉਣੋਂ ਵਰਜਿਆ, ਪਰ ਜਿਨ੍ਹਾਂ ਨੂੰ ਫਿਟਕਾਂ ਵਗੀਆਂ ਹੋਈਆਂ ਹਨ ਉਹ ਕਾਹਨੂੰ ਹਟਾਏ ਹਟਦੇ ਹਨ। ਉਹਨਾਂ ਦੇ ਭਾਗ ਧੁਰ ਮੰਦੇ, ਪਸਰਿਆ ਹੋਇਆ ਪਰਪੰਚ ਉਹਨਾਂ ਦੀ ਅੱਖ ਸੱਚਾਈ ਵੱਲੋਂ ਉਗੜਨ ਨਹੀਂ ਦਿੰਦਾ। ਜਿਹੜੇ ਲੋਕ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ, ਉਹਨਾਂ ਦਾ ਆਮ ਇਤਰਾਜ਼ ਇਹ ਹੁੰਦਾ ਹੈ ਕਿ ਪੰਜ ਭੂਤਕ ਸਰੀਰ ਤਾਂ ਇੱਥੇ ਹੀ ਰਹਿ ਜਾਂਦਾ ਹੈ, ਅੱਗੇ ਜਾ ਕੇ ਮਾਰ ਕਿਸ ਨੂੰ ਪੈਂਦੀ ਹੈ। ਇਹ ਸਭ ਗੱਪਾਂ ਹਨ। ਇਹ ਕਹਿ ਕੇ ਉਹ ਚਿੱਤ ਪਰਚਾਉਂਦੇ ਹਨ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਅਸਥੂਲ ਸਰੀਰ ਤੋਂ ਛੁੱਟ
ਇੱਕ ਹੋਰ ਸੂਖਮ ਸਰੀਰ ਵੀ ਹੈ ਜੋ ਇਹ ਸਰੀਰ ਅਸਥੂਲ ਛੱਡਿਆਂ ਅਗਾਹਾਂ ਜੀਵਾਂ ਦੇ ਨਾਲ ਜਾਂਦਾ ਹੈ। ਦੁੱਖ ਸੁੱਖ ਤਾਂ ਸਾਡਾ ਆਤਮੀ ਸੂਖਮ ਸਰੀਰ ਹੀ ਮਹਿਸੂਸ ਕਰਦਾ ਹੈ। ਜੇ ਅਸਥੂਲ ਸਰੀਰ ਕਰੇ ਤਾਂ ਉਹ ਜੀਵ ਆਤਮਾ ਤੋਂ ਵਿਛੜਿਆ ਹੋਇਆ ਅਰਥਾਤ ਮੁਰਦਾ ਹੋ ਕੇ ਫਿਰ ਕਿਉਂ ਮਹਿਸੂਸ ਨਹੀਂ ਕਰਦਾ? ਉਸ ਨੂੰ ਚਾਹੇ ਚੀਰੋ ਫਾੜੋ ਅਤੇ ਅਗਨੀ ਵਿੱਚ ਦਾਹ ਕਰੋ। ਤਾਂ ਤੇ ਸਿੱਧ ਹੋਇਆ ਕਿ ਜੀਵਦਿਆਂ ਮੋਇਆਂ ਦੁੱਖ ਸੁੱਖ ਮੰਨਣ ਹਾਰਾ ਸਰੀਰ ਹੋਰ ਹੈ। ਇਹ ਅਸਥੂਲੀ ਪ੍ਰਕਿਰਤ ਵਾਲਾ ਸਰੀਰ ਨਹੀਂ। ਮਰਨਸਾਰ ਸਰੀਰ ਵਿੱਚੋਂ ਨਿਰੀ ਫੋਕੀ ਫੂਕ ਹੀ ਨਹੀਂ ਨਿਕਲ ਜਾਂਦੀ। ਜਿੰਦ ਨਿਮਾਣੀ ਸੂਖਮ ਸਰੀਰ ਨੂੰ ਨਾਲ ਲੈ ਕੇ ਨਿਕਲਦੀ ਹੈ ਤੇ ਉਹ ਜਨਮ ਜਨਮਾਂਤਰਾਂ ਵਿਖੇ ਭਟਕਦੀ ਫਿਰਦੀ ਹੈ ਅਤੇ ਉਹੀ ਜਮਦਰ ਬੱਧੀ ਚੋਟਾਂ ਖਾਂਦੀ ਹੈ। ਪਰ ਤਿਆਗ ਕੇ ਜਿਨ੍ਹਾਂ ਨੇ ਦੇਖਣਾ ਹੋਵੇ ਤਾਂ ਦਿਵ ਦ੍ਰਿਸ਼ਟੇ ਸੂਖਮ ਸ੍ਰਿਸ਼ਟੇ ਹੋ ਕੇ ਦੇਖ ਲੈਣ। ਪਰ ਅਨੰਤ ਸਿੱਖਾਂ ਨੂੰ ਇਹਨਾਂ ਖਲਜਗਣਾ ਵਿਖੇ ਮਿੱਥ ਕੇ ਪੈਣ ਦੀ ਕੀ ਲੋੜ ਹੈ? ਸੁਤੇ ਸਿੱਧ ਕੋਈ ਚਮਤਕਾਰ ਹੋ ਜਾਏ ਤਾਂ ਹੋ ਜਾਏ, ਨਹੀਂ ਤਾਂ ਇੱਧਰ ਚਿਤਵਨੀ ਦੇਣ ਦੀ ਰੁਚੀ ਕਰਨੀ ਹੀ ਫਜ਼ੂਲ ਹੈ। ਜਦ ਕਿ ਗੁਰਮਤ ਦਾ ਮੰਨਿਆ ਪਰਮੰਨਿਆ ਅਟਲ ਅਸੂਲ ਸਾਡੇ ਸਾਹਮਣੇ ਮੌਜੂਦ ਹੈ, ਜੋ ਸਾਡੇ ਧੁਰੋਂ ਆਏ ਸਤਿਗੁਰਾਂ ਨੇ ਸ਼ਾਦੇ ਹਾਲ ਦੇਖ ਕੇ ਗੁਰਸਿੱਖਾਂ ਪ੍ਰਤੀ ਗੁਰਬਾਣੀ ਦੁਆਰਾ ਦਰਸਾਇਆ ਤ੍ਰਿੜਾਇਆ ਹੈ। ਸਤਿਗੁਰੂ ਫਰਮਾਉਂਦੇ ਹਨ ਕਿ ਗੁਰੂ ਤੋਂ ਬੇਮੁਖ ਅਨਾਗਿਆਕਾਰੀ ਗੁਰ ਦੀਖਿਆ ਤੋਂ ਆਕੀ ਪੁਰਸ਼ ਜਮਦਰ ਬੱਧੇ ਮਾਰੀਅਨਗੇ। ਬਸ ਉਸ ਫਰਮਾਨ ਨੂੰ ਸਤ-ਸਤ ਕਰਕੇ ਮੰਨੋ ਕਿ ਸੱਚ ਸਹੀ ਇਹੀ ਹਾਲ ਹੋਵੇਗਾ ਸਤਿਗੁਰੂ ਤੋਂ ਆਕੀ ਮਨਮੁਖੀ ਬੇਮੁਖੀਆਂ ਦਾ, ਜੋ ਸਤਿਗੁਰੂ ਨੇ ਬਾਣੀ ਅੰਦਰ ਖੋਲ ਕੇ ਦੱਸਿਆ ਹੈ। ਪਰ ਪਾਜਲ ਬੁੱਧੀਸ਼ਰਾਂ ਗਧੇ ਬੁੱਧੀ ਵਾਲਿਆਂ ਨੂੰ ਇਹ ਸਭ ਪਾਜ ਹੀ ਜਾਪਦੇ ਹਨ। ਉਹ ਗੁਰਸਿੱਖੀ ਤੋਂ ਬਹੁਤ ਦੂਰ ਪਰੇਡੇ ਹਨ, ਗੁਰਸਿੱਖੀ ਦੇ ਨੇੜੇ ਨਹੀਂ ਟੁਕੇ। ਤਿਨਾਂ ਨੂੰ ਗੁਰੂ ਸੱਚੇ ਪਾਤਸ਼ਾਹ ਦੇ ਧੁਰੋਂ ਆਏ ਫਰਮਾਨਾਂ ਉੱਤੇ ਪਤੀਜ ਪ੍ਰਤੀਤ ਨਹੀਂ ਆਈ। ਗੁਰਮੁਖਾਂ ਨਾਮ ਨਿਵਾਸੀਆਂ ਨੂੰ ਅਗਲੀ ਦਰਗਾਹੇ ਕੋਈ ਪੁੱਛਗਿੱਛ ਨਹੀਂ ਹੁੰਦੀ, ਕਿਉਂਕਿ ਉਹਨਾਂ ਦਾ ਬੇਲੀ ਗੁਰੂ ਕਰਤਾਰ ਆਪ ਹੁੰਦਾ ਹੈ। ਐਸਾ ਗੁਰਮਤ ਨਾਮ ਧਨ ਨਿਰਮਲਾ ਹੈ, ਪਰ ਦੇਵਨਹਾਰ ਦਾ ਤਾਰ ਜਿਸ ਨੂੰ ਦੇਵੇ ਸੋਈ ਵਡਭਾਗਾ ਜਨ ਇਸ ਨਾਮ ਧਨ ਤੋਂ ਵਰੋਸਾਉਂਦਾ ਹੈ। ਪਰ ਬਖਸ਼ਣਹਾਰ ਹਰ ਦਰਗਾਹੇ ਸੁਰਖਰੂ ਕਰਾਵਣਹਾਰ ਅਤੇ ਜਮ ਜਗਾਤੀਓਂ ਛੁਡਾਵਣਹਾਰ 84 ਦੇ ਗੇੜ ਮੁਕਾਵਣਹਾਰ ਆਪ ਹੀ ਸੱਚਾ ਨਦਰੀ ਨਦਰ ਨਿਹਾਲੜਾ ਪੁਰਖ ਕਰਤਾਰ ਹੈ। ਯਥਾ ਗੁਰਵਾਕ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨਹਾਰ ਆਗੈ ਪੂਛ ਨਾ ਹੋਵਈ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣਹਾਰ। ਸ੍ਰੀ ਰਾਗ ਮਹਲਾ ਪਹਿਲਾ। ਅਗਲੀ ਦਰਗਾਹੇ ਭਗਤ ਜਨਾਂ ਗੁਰਮੁਖਾਂ ਦਾ ਬਿਸਰਾਮ ਧਾਮ ਵੀ ਹੈ। ਹੋਰ ਕਿਤੇ ਐਵੇਂ ਬੜਾ ਸੁੰਦਰ ਸਵਾਮੀ ਧਾਮ ਹੈ। ਮਤ ਕਿਤੇ ਸਮਝ ਲੈਣਾ ਕਿ ਇਹ ਰਾਧਾ ਸਵਾਮੀਆਂ ਦਾ ਕਲਪਤ ਸਵਾਮੀ ਧਾਮ ਹੈ। ਰਾਧਾ ਸਵਾਮੀ ਤਾਂ ਐਵੇਂ ਹੀ ਇੱਥੇ ਲਿਖੇ ਸਵਾਮੀ ਪਦ ਤੇ ਗੁਰਬਾਣੀ ਅੰਦਰ ਆਏ ਉਸ ਪਦ ਨੂੰ ਰਾਧਾ ਸਵਾਮੀਆਂ ਨਾਲ ਕਲਪਤ ਕਰ ਲੈਂਦੇ ਹਨ। ਇਹ ਗੁਰੂ ਘਰ ਦੇ ਗੁਰਮੁਖ ਜਨਾਂ ਦਾ ਹੀ ਬਿਸਰਾਮ ਅਸਥਾਨ ਹੈ, ਜਿਸ ਅਸਥਾਨ ਦੀ ਪ੍ਰਾਪਤੀ ਲਈ ਗੁਰਮੁਖ ਪਿਆਰੇ ਆਸਾ ਲੱਗ ਜੀਉਂਦੇ ਹਨ। ਇਸ ਸੁਹਾਵਣੀ ਆਸਾ ਵਿੱਚ ਮਨੋ ਤਨੋ ਗਲਤਾਨ ਹੋਏ ਸਿਮਰਨ ਰਸ ਅੰਦਰ ਥਿਰ ਰਹੀਵਤੇ ਅੰਮ੍ਰਿਤ ਪੀਵਤੇ ਜੀਵਨ ਪਦ ਇਸ ਲੋਕ ਵਿਖੇ ਹੀ ਮਾਣਦੇ ਹਨ। ਅੰਮ੍ਰਿਤ ਰਸ ਪੀਵਤੇ ਹੋਏ ਸਦਾ ਥਿਰ ਥੀਵਤੇ ਹੈ। ਤਿਨਾਂ ਨੇ ਵਿਖੇ ਬਨ ਸਭ ਫੀਕਾ ਜਾਣਿਆ ਹੈ ਅਤੇ ਮਨ ਬਚ ਕਰਮ ਕਰਕੇ ਫੀਕਾ ਜਾਣਿਆ ਹੈ। ਤਿਨਾਂ ਉੱਤੇ ਗੋਪਾਲ ਦਿਆਲ ਪ੍ਰਭ ਮੇਰੇ ਕਿਰਪਾਲ ਭਏ ਹੈ। ਤਿਨਾਂ ਨੇ ਇਸ ਨਵਨਿਧ ਨਾਮ ਦੀ ਕਮਾਈ ਸਾਧ ਸੰਗਤ ਵਿੱਚ ਰਹਿ ਕੇ ਬਹਿ ਕੇ ਕੀਤੀ ਹੋਈ ਹੁੰਦੀ ਹੈ, ਜਿੱਥੇ ਕਿ ਨਾਮ ਨਿਧਾਨ ਅੰਮ੍ਰਿਤ ਰਸ ਉਹਨਾਂ ਨੇ ਖੂਬ ਗਹਿ ਕੇ ਮਾਣਿਆ ਹੁੰਦਾ ਹੈ। ਤਿਨਾਂ ਸਰਬਸੇ ਸੁਖ ਆਨੰਦ ਘਨ ਪਿਆਰਿਆਂ ਨੇ ਹਰ ਰਤਨ ਮਨ ਅੰਦਰ ਸੀਵ ਲਿਆ ਹੁੰਦਾ ਹੈ। ਤਿਨਾਂ ਨੂੰ ਪ੍ਰਾਣ ਆਧਾਰਾ ਪ੍ਰੀਤਮ ਵਾਹਿਗੁਰੂ ਇੱਕ ਤਿਲ ਵੀ ਨਹੀਂ ਵਿਸਰਦਾ। ਉਹਨਾਂ ਨੇ ਵਾਹਿਗੁਰੂ ਨਾਮ ਰਿੱਧ ਜਪ ਜਪ ਵਿਗਸੀਵਣਾ ਤੇ ਸੱਚਾ ਜੀਵਣਾ ਹੁੰਦਾ ਹੈ। ਗੁਰਵਾਕ ਸੁੰਦਰ ਸੁਆਮੀ ਧਾਮ ਭਗਤਾਂ ਬਿਸਰਾਮ ਆਸਾ ਲਗ ਜੀਵਤੇ ਜਿਉ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜਿਉ ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ ਬਿਖੈ ਬਨ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਰਬ ਸੋ ਸੂਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ। ਸ੍ਰੀ ਰਾਗ ਛੰਤ ਮਹਲਾ ਪੰਜਵਾਂ। ਤਿਸ ਹਰ ਦਰਗਾਹੀ ਭਗਤਾਂ ਬਿਸਰਾਮ ਧਾਮ ਦਾ ਕਿਆ ਸੋਹਣਾ ਅਚਰਜ ਨਕਸ਼ਾ ਬਨ ਕੇ ਇਸ ਅਗਲੇਰੇ ਗੁਰਵਾਕ ਅੰਦਰ ਚਿਤਰਾਇਆ ਗਿਆ ਹੈ। ਹਰ ਕਾ ਮੰਦਰ ਸੋਹਣਾ
ਕੀਆ ਕਰਣੈ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪਟਣਗੜ੍ਹ ਕੋਠੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ। ਸ੍ਰੀ ਰਾਗ ਮਹੱਲਾ ਪਹਿਲਾ। ਗੁਪਤ ਪ੍ਰਭੂ ਨੂੰ ਪ੍ਰਗਟ ਕਰਨ ਹਾਰਿਆਂ ਨੇ ਇੱਥੇ ਹੀ ਜਿਉਂਦੇ ਜੀ ਹੀ ਸੁੰਦਰ ਸੁਆਮੀ ਧਾਮ ਦਾ ਅਨੁਪਮ ਨਜ਼ਾਰਾ ਦੇਖ ਲਿਆ ਹੁੰਦਾ ਹੈ। ਸੁਰਤ ਸ਼ਬਦ ਦੀ ਅਕਲ ਕਲਾ ਦਾ ਪਾਰਸ ਰਸਾਇਣੀ ਅੰਮ੍ਰਿਤ ਤਿਲਿਸਮੀ ਨਾਮ ਜਾਦੂ ਵਰਤ ਕੇ ਤਿਨਾਂ ਨੇ ਨਾਭੀ ਅੰਦਰ ਸਵਾਸਾਂ ਨੂੰ ਠਹਿਰਾਏ ਕੇ ਉੱਪਰ ਸੁਰਤ ਚੜ੍ਹਾਏ ਕੇ ਅੰਤਰ ਜੋਤ ਜਗਮਗਾ ਲਈ ਹੁੰਦੀ ਹੈ। ਉਹਨਾਂ ਦਾ ਅੰਦਰਲਾ ਕਾਇਆ ਕਲਬਾਰਾ ਜੋਤ ਗਹਿਣਾਰਾ ਹੋਇਆ ਹੁੰਦਾ ਹੈ। ਸਾਰਾ ਘਟ ਜੋਤੀਸ਼ਰੀ ਸੋਹਣਾ ਮੰਦਾਰਾ ਐਣ ਗਹਿਣਾਰੀਏ ਹਰ ਮੰਦਰ ਦਾ ਅਰਧ ਉਭਾਰਾ ਬਣਾਇਆ ਹੁੰਦਾ ਹੈ। ਕਰਨੇ ਹਾਰ ਕਰਤਾਰ ਨੇ ਆਪ ਹੀ ਇਹ ਹਰੀ ਮੰਦਰ ਸੋਹਣਾ ਅੰਦਰ ਘਟ ਕਾਇਆ ਅੰਦਰ ਉਸਾਰ ਲਿਆ ਹੁੰਦਾ ਹੈ। ਘਟ ਅੰਤਰ ਹੀ ਰਵ ਸਸ ਦੀਪ ਅਨੂਪ ਜੋਤ ਸੂਰਜ ਚੰਦ ਰੂਪੀ ਦੀਵਿਆਂ ਨੂੰ ਮਾਤ ਕਰਦੀ ਅਨੂਪ ਜੋਤ ਪ੍ਰਗਟ ਹੋਏ ਆਉਂਦੀ ਹੈ, ਜਿਸ ਦਾ ਅੰਦਰੋਂ ਉਜਿਆਰਾ ਪਸਰ ਕੇ ਤ੍ਰਿਭਵਨ ਅੰਦਰ ਜੋਤ ਜਗੰਨਾ ਹੋਏ ਪਸਰ ਗਿਆ ਹੁੰਦਾ ਹੈ। ਘਟ ਅੰਦਰ ਹਟ ਪੱਟਣ ਗੜ੍ਹ ਕੋਠੜੀ ਬਣ ਜਾਂਦੀ ਹੈ, ਜਿੱਥੇ ਸੱਚ ਸੌਦਾ ਵਪਾਰ ਹੁੰਦਾ ਹੈ। ਭੈ ਭੰਜਨੀ ਨਿਰੰਜਨ ਨੂੰ ਦੇਖਣ ਹਾਰੀਆਂ ਗਿਆਨ ਅੰਜਨੀ ਜੋਤ ਨਿਰੰਜਨੀ ਅਖੜੀਆਂ ਘਟ ਅੰਦਰੇ ਹੀ ਖੁੱਲ੍ਹ ਜਾਂਦੀਆਂ ਹਨ, ਜਿਨ੍ਹਾਂ ਦੁਆਰਾ ਗੁਪਤ ਵਾਹਿਗੁਰੂ ਨੂੰ ਰਿੱਧ ਅੰਦਰ ਪ੍ਰਗਟਾਏ ਕੇ ਅੰਤਰ ਬਾਹਰ ਸਾਰੇ ਹੀ ਪ੍ਰਤੱਖ ਵੇਖ ਲਈਦਾ ਹੈ ਅਤੇ ਊਚ ਅਪਾਰ ਗਗਨ ਮੰਡਲਾਂ ਵਿਖੇ ਹੀ ਸੁੰਦਰ ਵਾਹਿਗੁਰੂ ਦੇ ਸੱਚਖੰਡੀ ਧਾਮ ਦੇ ਪ੍ਰਤੱਖ ਦਿਦਾਰੇ ਕਰ ਲਈਦੇ ਹਨ। ਜੇ ਸਿੱਖ ਜਗਿਆਸਣ ਪਰਮਾਰਥ ਦੀ ਪਾਂਧਣ ਧਨ ਇਸਤਰੀ ਹਰ ਪ੍ਰਕਾਰੀ ਹੁਕਮ ਰਜ਼ਾ ਮੰਦੀ ਹੋਈ ਖਸਮ ਦੀ ਪੂਰਨ ਆਗਿਆਕਾਰੀ ਬਣਦੀ ਹੋਈ ਰਜ਼ਾਈ ਵਾਹਿਗੁਰੂ ਦੀ ਰਜ਼ਾ ਵਿੱਚ ਪੂਰੀ ਸੂਰੀ ਉਤਰੇ ਤਾਂ ਉਹ ਸੋਭਾ ਸੇਤੀ ਖਸਮ ਦੇ ਦਰ ਘਰੀ ਮਹਿਲਾਂ ਵਿਖੇ ਬੁਲਾਈ ਜਾਂਦੀ ਹੈ। ਇੱਕ ਬਿਲਮ ਨਹੀਂ ਲੱਗਦੀ ਯਥਾ ਗੁਰਵਾਕ। ਜੇ ਧਨ ਖਸਮੈ ਚੱਲੇ ਰਜ਼ਾਈ ਦਰ ਘਰ ਸੋਭਾ ਮਹਿਲ ਬੁਲਾਈ। ਵਾਰ ਸ੍ਰੀ ਰਾਗ ਮਹੱਲਾ ਤੀਜਾ। ਗੁਰਬਾਣੀ ਅੰਦਰ ਦਰਸਾਈ ਖਸਮ ਰਜ਼ਾਈ ਆਗਿਆ ਤੋਂ ਉਲਟ ਜੋ ਅਗਿਆਨੀ ਜਨ ਗੁਰ ਪਰਮੇਸ਼ਰ ਦੀ ਪੂਜਾ ਤੋਂ ਛੁੱਟ ਦੂਜੇ ਭਾਵ ਦੀ ਪੂਜਾ ਵਿੱਚ ਪ੍ਰਵਿਰਤ ਹੁੰਦੇ ਹਨ ਅਤੇ ਵਿਕਾਰੀ ਵਿਹੜੇ ਹੋਏ ਵਿਕਾਰੀ ਕਰਮ ਕਮਾਉਂਦੇ ਹਨ, ਉਹਨਾਂ ਨੂੰ ਅਗਲੀ ਦਰਗਾਹ ਵਿਖੇ ਅਨੇਕ ਪ੍ਰਕਾਰੀ ਸਜ਼ਾਵਾਂ ਮਿਲਦੀਆਂ ਹਨ। ਯਥਾ ਗੁਰਵਾਕ। ਮਨ ਵਿਕਾਰੀ ਵੇੜਿਆ ਵਿਕਾਰਾਂ ਕਰਮ ਕਮਾਏ ਦੂਜੇ ਭਾਏ ਅਗਿਆਨੀ ਪੂਜਦੇ ਦਰਗਾਹ ਮਿਲੈ ਸਜ਼ਾਏ। ਵਾਰ ਸ੍ਰੀ ਰਾਗ ਮਹੱਲਾ ਤੀਜਾ। ਜਿਨ੍ਹਾਂ ਨੇ ਕੇਵਲ ਸਤਿਗੁਰੂ ਦੀ ਪੂਜਾ ਕੀਤੀ ਹੈ, ਸਤਿਗੁਰੂ ਨੂੰ ਹੀ ਧਿਆਇਆ ਹੈ, ਤਿਨਾਂ ਨੂੰ ਅਗਲੀ ਦਰਗਾਹੇ ਜਮਾਂ ਦੇ ਡਰ ਨਹੀਂ ਰਹੇ। ਜਿਨ੍ਹਾਂ ਨੂੰ ਖਾਸ ਕਿਰਪਾਲਤਾ ਸਤਿਗੁਰੂ ਦੀ ਹੋਈ ਹੈ, ਸੋ ਸਤਿਗੁਰੂ ਸ਼ਰਣੀ ਆਏ ਪਏ ਹੈ। ਜੋ ਗੁਰ ਸ਼ਰਨਾਗਤੀ ਆਏ ਗੁਰ ਪ੍ਰਸਾਦ ਕਰ ਗੁਰ ਦੀਖਿਆ ਦੇ ਪਾਤਰ ਬਣੇ ਹਨ ਅਤੇ ਗੁਰਮਤ ਮਾਰਗ ਤੇ ਤਤਪਰ ਹੋ ਕੇ ਚੱਲਣ ਹਾਰੇ ਬਣੇ ਹਨ, ਤਿਨਾਂ ਦੇ ਇੱਥੇ ਉੱਥੇ ਲੋਕ ਪਰਲੋਕ ਵਿਖੇ ਮੁਖ ਉਜਲੇ ਪਏ ਹੈ। ਉਹ ਵਾਹਿਗੁਰੂ ਦੀ ਦਰਗਾਹ ਵਿਖੇ ਸੁਰਖ ਰੂਈ ਦੇ ਸਿਰੋਂ ਪਾਉ ਸੇਤੀ ਪੈਦੇ ਜਾਂਦੇ ਹਨ। ਯਥਾ ਗੁਰਵਾਕ। ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀਂ ਜਿਨ ਕੋ ਹੁਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀਂ ਤਿਨ ਇੱਥੇ ਉੱਥੈ ਮੁਖ ਉਜਲੇ ਹਰ ਦਰਗਾਹ ਪੈਦੇ ਜਾਹੀਂ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ। ਅੱਗੇ ਚੱਲ ਕੇ ਸਹੀ ਜਨ ਉੱਤਮ ਗਿਣੇ ਜਾਂਦੇ ਹਨ। ਅਗਲੀ ਦਰਗਾਹੇ ਉੱਤਮਤਾ ਦਾ ਟਿੱਕਾ ਸਿਰੋਂ ਪਾਉ ਤਿਨਾਂ ਨੂੰ ਹੀ ਮਿਲਦਾ ਹੈ, ਜੋ ਇਸ ਮਨੁੱਖਾ ਦੇਹੀ ਵਿਖੇ ਪਾਪਾਂ ਦੀ ਕੁਮਾਰਗੀ ਪੰਧ ਪਟੜੀ ਤੇ ਨਹੀਂ ਚਲਦੇ ਅਤੇ ਸਾਰੀ ਆਯੂ ਨਿਸ਼ਪਾਪ ਹੀ ਰਹਿੰਦੇ ਹਨ। ਯਥਾ ਗੁਰਵਾਕ। ਨਾਨਕ ਅੱਗੇ ਊਤਮ ਸਈ ਜੇ ਪਾਪਾਂ ਪੰਧ ਨਾ ਦੇਹੀ। ਸ਼ਲੋਕ ਮਹੱਲਾ ਪਹਿਲਾ। ਜਿਨ੍ਹਾਂ ਗੁਰਮੁਖਾਂ ਨੇ ਹੁਕਮ ਪਛਾਣਿਆ ਸਤ ਕਰ ਜਾਣਿਆ ਹੈ, ਸੋ ਹੁਕਮ ਮੰਨ ਕੇ ਹਰ ਗੁਣ ਵਖਾਨਣ ਹਾਰੇ ਹੋਏ ਹਨ। ਗੁਰਮਤਿ ਨਾਮ ਗੁਰਮੰਤਰ ਦੇ ਨਾਮ ਨਿਸ਼ਾਨੇ ਭਗਤੀ ਕਮਾਣੇ ਭਗਤ ਹੋਏ ਹਨ। ਤਿਨਾਂ ਭਗਤ ਕਮਾਵਣਿਆਂ ਨਾਮ ਸੁਹਾਵਣਿਆਂ ਦਾ ਅਗਲੀ ਦਰਗਾਹ ਛੁਟਕਾਰਾ ਹੀ ਛੁਟਕਾਰਾ ਨਿਸਤਾਰਾ ਹੀ ਨਿਸਤਾਰਾ ਹੈ। ਹੋਰ ਸਭਨਾਂ ਦਾ ਧੁਰ ਦਰਗਾਹੇ ਲੇਖਾ ਹੁੰਦਾ ਹੈ, ਬਰ ਜ਼ਰੂਰ ਹੁੰਦਾ ਹੈ, ਨਾਮ ਨਿਸ਼ਾਨਿਆਂ ਦਾ ਨਹੀਂ ਹੁੰਦਾ। ਗੁਰਵਾਕ। ਹੁਕਮ ਪਛਾਣੈ ਸੋ ਹਰ ਗੁਣ ਵਖਾਣੈ ਗੁਰ ਕੈ ਸ਼ਬਦ ਨਾਮ ਨਿਸ਼ਾਨੈ ਸਭਨਾ ਕਾ ਦਰ ਲੇਖਾ ਸੱਚੈ ਛੂਟਸ ਨਾਮ ਸੁਹਾਵਣਿਆ। ਮਨਮੁਖ ਭੂਲਾ ਠੌਰ ਨਾ ਪਾਏ ਜਮਦਰ ਬੱਧਾ ਚੋਟਾਂ ਖਾਏ ਬਿਨ ਨਾਮੈ ਕੋ ਸੰਗ ਨ ਸਾਥੀ ਮੁਕਤੇ ਨਾਮ ਧਿਆਵਣਿਆ।
ਮਾਝ ਅਸ਼ਪਦੀਆਂ ਮਹੱਲਾ ਪਹਿਲਾ। ਪਿਛਲੀ ਦੁਤੁਕੀ ਦੱਸਦੀ ਹੈ ਕਿ ਗੁਰਮਤ ਮਾਰਗ ਸੁਮਾਰਗ ਤੋਂ ਭੁੱਲੇ ਹੋਏ ਮਨਮੁਖ ਨੂੰ ਸੱਚੇ ਦੀ ਸੱਚੀ ਦਰਗਾਹ ਵਿਖੇ ਕਿਤੇ ਵੀ ਠਾਉਂ ਠੌਰ ਨਹੀਂ ਮਿਲਦਾ। ਉਹ ਜਮਦਰ ਬੱਧਾ ਚੋਟਾਂ ਖਾਂਦਾ ਹੈ, ਖਬਰ ਨਹੀਂ ਕਦ ਤਾਈਂ ਖਾਂਦਾ ਰਹਿੰਦਾ ਹੈ। ਨਾਮ ਤੋਂ ਬਿਨਾਂ ਅਗਲੀ ਦਰਗਾਹੇ ਕਿਸੇ ਦਾ ਨਾ ਕੋਈ ਸੰਗੀ ਹੈ ਨਾ ਸਾਥੀ। ਨਾਮ ਧਿਆਵਣ ਹਾਰਿਆਂ ਨੂੰ ਅੱਗੇ ਮੁਕਤ ਪਦਾਰਥ ਪ੍ਰਾਪਤ ਹੈ। ਜਮਜਾ ਗਾਤੀ ਤਿਨਾਂ ਦੇ ਨੇੜੇ ਨਹੀਂ ਆਉਂਦਾ। 84 ਲੱਖ ਉਪਾਈ ਜੀਆ ਜੰਤ ਜੋਨੀ ਵਿੱਚੋਂ ਮਨੁੱਖਾ ਜਨਮ ਪਾਏ ਕੇ ਵੀ ਸੋ ਸਚਿਆਰਾ ਭਾਗ ਨਿਸਤਾਰਾ ਜਨ ਹੈ, ਜਿਸ ਉੱਤੇ ਨਦਰੀ ਸਤਿਗੁਰੂ ਦੀ ਖਾਸ ਨਦਰ ਮੇਰ ਹੁੰਦੀ ਹੈ। ਜਿਸ ਤੇ ਨਦਰ ਹੁੰਦੀ ਹੈ ਸੋ ਗੁਰੂ ਨਾਨਕ ਦੇ ਘਰ ਵਿਖੇ ਆਏ ਪ੍ਰਵੇਸ਼ ਹੁੰਦਾ ਹੈ ਅਤੇ ਨਿਗੁਰਿਓਂ ਸਗੁਰਾ ਹੋ ਜਾਂਦਾ ਹੈ। ਸੱਚੇ ਸਤਿਗੁਰੂ ਦਾ ਚਰਨ ਮਿਲਾਵਾ ਹੋਣ ਕਰ ਉਹਨਾਂ ਦੇ ਸਭ ਕਿਲਵਿਖ ਕੱਟੇ ਜਾਂਦੇ ਹਨ ਤੇ ਉਹ ਜਨ ਸਦਾ ਸਦ ਨਿਰਮਲ ਹੋ ਜਾਂਦੇ ਹਨ। ਨਿਰਮਲ ਨਾਮ ਦੇ ਲੜ ਲੱਗਿਆਂ ਉਹ ਇੱਥੇ ਹੀ ਨਾਮ ਲੀਣੇ ਹੋ ਜਾਂਦੇ ਹਨ। ਅੱਗੇ ਵੀ ਨਾਮ ਲੀਣੇ ਬਿਗਸੀਣੇ ਹੋਏ ਜਾਂਦੇ ਹਨ ਅਤੇ ਸੱਚੇ ਦੀ ਸੱਚੀ ਦਰਗਾਹੇ ਸੌਂਦੇ ਸ਼ੋਭਾ ਪਾਉਂਦੇ ਹਨ। ਯਥਾ ਗੁਰਵਾਕ। 184 ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ। ਕਿਲਬਿਖ ਕਾਟ ਸਦਾ ਜਨ ਨਿਰਮਲ ਦਰ ਸੱਚੈ ਨਾਮ ਸੁਹਾਵਣਿਆ। ਮਾਝ ਮਹੱਲਾ ਤੀਜਾ। ਨਾ ਇਹ ਮਨੁੱਖ ਜਨਮ ਜਾਮੇ ਵਾਲੀ ਦੇਹੀ ਅੱਗੇ ਜਾਂਦੀ ਹੈ, ਨਾ ਜਾਤ ਵਡਿਆਈ ਦੀ ਅੱਗੇ ਪੁੱਛ ਪ੍ਰਤੀਤ ਹੁੰਦੀ ਹੈ। ਜਿੱਥੇ ਜਾ ਕੇ ਲੇਖਾ ਮੰਗੀਦਾ ਹੈ ਅਗਲੀ ਦਰਗਾਹੇ, ਤਿੱਥੇ ਛੁਟਕਾਰਾ ਤਿਨਾਂ ਦਾ ਹੀ ਹੁੰਦਾ ਹੈ ਜਿਨ੍ਹਾਂ ਨੇ ਇਸ ਲੋਕ ਵਿਖੇ ਮਨੁੱਖਾ ਦੇਹੀ ਪਾਏ, ਜਾਤ ਗਰਭ ਗਵਾਏ, ਸੱਚ ਨਾਮ ਨੂੰ ਕਮਾਇਆ ਹੈ। ਸਤਿਗੁਰੂ ਸੇਵਨ ਹਾਰੇ ਇਸ ਗੁਰੂ ਘਰ ਦੇ ਗੁਰਸਿੱਖ ਗੁਰਮੁਖ ਪਿਆਰੇ ਇਸ ਸਚੜੇ ਨਾਮ ਧਨ ਨਾਲ ਮਾਲਾ ਮਾਲ ਹੋ ਗਏ ਹਨ। ਉਹ ਇੱਥੇ ਵੀ ਇਸ ਲੋਕ ਵਿਖੇ ਅਤੇ ਉੱਥੇ ਵੀ ਅਗਲੀ ਦਰਗਾਹ ਵਿੱਚ ਨਾਮ ਨਿਧਾਨ ਵਿਖੇ ਹੀ ਲਿਵਲੀਨ ਰਹਿੰਦੇ ਹਨ। ਯਥਾ ਗੁਰਵਾਕ। ਦੇਹੀ ਜਾਤ ਨਾ ਆਗੈ ਜਾਏ, ਜਿੱਥੈ ਲੇਖਾ ਮੰਗੀਐ ਤਿੱਥੈ ਛੁੱਟੈ ਸੱਚ ਕਮਾਏ। ਸਤਿਗੁਰ ਸੇਵਨ ਸੇ ਧਨਵੰਤੇ, ਐਥੈ ਉਥੈ ਨਾਮ ਸਮਾਵਣਿਆ। ਮਾਝ ਮਹੱਲਾ ਤੀਜਾ। ਜਿਨ੍ਹਾਂ ਨੇ ਸ਼ਬਦ ਵਿਸਾਰਿਆ ਹੈ ਗੁਰਮਤਿ ਨਾਮ ਨਹੀਂ ਅਰਾਧਿਆ, ਤਿਨਾਂ ਨੂੰ ਠੌਰ ਠਾਉ ਕਿਤੇ ਵੀ ਨਹੀਂ ਮਿਲਣੀ। ਸੇ ਸਭ ਸੁੰਝੇ ਘਰ ਕਾਉ ਦੀ ਨਿਆਈ, ਭਰਮ ਭੁੱਲੇ ਹੀ ਫਿਰਦੇ ਰਹਿਣਗੇ। ਤਿਨਾਂ ਦੇ ਲੋਕ ਪਰਲੋਕ ਹਲਤ ਪਲਤ ਦੋਵੇਂ ਹੀ ਅਜਾਈਂ ਗਵਾਏ ਜਾਣਗੇ। ਉਹਨਾਂ ਦੀ ਸਦਾ ਦੁੱਖਾਂ ਹੀ ਦੁੱਖਾਂ ਵਿੱਚ ਵਿਹਾਵੇਗੀ। ਯਥਾ ਗੁਰਵਾਕ। ਸ਼ਬਦ ਵਿਸਾਰਨ ਤਿਨਾਂ ਠੌਰ ਨਾ ਠਾਉ, ਭਰਮ ਭੂਲੇ ਜਿਉ ਸੁੰਝੈ ਘਰ ਕਾਉ। ਹਲਤ ਪਲਤ ਤਿਨੀ ਦੋਵੇਂ ਗਵਾਏ, ਦੁੱਖੇ ਦੁੱਖ ਵਿਹਾਵਣਿਆ। ਮਾਝ ਮਹੱਲਾ ਤੀਜਾ। ਨਾਮੋਂ ਭੁੱਲਾ ਮਨਮੁਖ ਅੰਧਲਾ ਅਗਿਆਨੀ ਸਾਕਤ ਪੁਰਸ਼ ਅੰਧਲੇ ਕਰਮ ਹੀ ਕਮਾਉਂਦਾ ਫਿਰਦਾ ਰਹਿੰਦਾ ਹੈ। ਤਿਸ ਦੇ ਆਨਮਤ ਸੰਜਮੀ ਕਰਮ ਸਿੰਗਾਰ ਕੀਤੇ ਕੰਮ ਨਹੀਂ ਆਉਂਦੇ, ਕਿਉਂਕਿ ਉਹ ਪਿਰੀ ਪਰਮੇਸ਼ਰ ਨੂੰ ਨਹੀਂ ਮਿਲਾਉਂਦੇ। ਜਿਨ੍ਹਾਂ ਦਾ ਪਿਰ ਪਰਮੇਸ਼ਰ ਪਰਦੇਸੀ ਦੂਰ ਦੁਰਾਡੜੇ ਹੈ, ਤਿਨਾਂ ਦੇ ਸਭ ਕਰਮ ਅਕਰਮ ਸੰਜਮੀ ਸਿੰਗਾਰ ਸਭ ਬਿਰਥੇ ਹਨ। ਤਿਨਾਂ ਨੂੰ ਹਲਤ ਇਸ ਲੋਕ ਵਿਖੇ ਸੋਭਾ ਨਹੀਂ ਅਤੇ ਪਲਤ ਤਿਨਾਂ ਨੂੰ ਢੋਈ ਨਹੀਂ ਮਿਲਣੀ। ਮਨੁੱਖਾ ਜਨਮ ਤਿਨਾਂ ਦਾ ਬਿਰਥਾ ਹੀ ਗਵਾਇਆ ਜਾਂਦਾ ਹੈ, ਕਿਸੇ ਲੇਖੇ ਨਹੀਂ ਲੱਗਦਾ। ਇਹਨਾਂ ਉੱਪਰਲੇ ਗੁਰਵਾਕਾਂ ਤੋਂ ਪੱਕ ਪ੍ਰਤੀਤ ਕਰਕੇ ਸਿੱਧ ਹੋਇਆ ਕਿ ਹਲਤ ਇਸ ਲੋਕ ਵਾਂਗੂ ਪਲਤ ਅਗਲਾ ਲੋਕ ਵੀ ਹੈ। ਉਸ ਅਗਲੇ ਲੋਕ ਦੀ ਹਸਤੀ ਤੋਂ ਗੁਰਸਿੱਖ ਕਦੇ ਵੀ ਮੁਨਕਰ ਨਹੀਂ ਹੈ। ਅਗਲੀ ਦਰਗਾਹ ਦਾ ਕੈਸਾ ਖੋਲ ਕੇ ਨਿਰਣਾ ਕੀਤਾ ਗਿਆ ਹੈ ਇਸ ਅਗਲੇਰੇ ਗੁਰਵਾਕ ਅੰਦਰ। ਅਗਲੀ ਦਰਗਾਹ ਦੀ ਹੋਂਦ ਹਸਤੀ ਦਾ ਮਾਨੋ ਧੁਰਵਾ ਬੰਨਿਆ ਹੈ। ਯਥਾ ਗੁਰਵਾਕ। ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ, ਗੁਰਮਤਿ ਰਾਮ ਨਾਮ ਜਸ ਗਾਵਾਂ, ਅੰਤ ਬੇਲੀ ਦਰਗਾਹ ਲਏ ਛਡਾਈ। ਰਹਾਓ। ਜੋ ਜਨ ਹਰ ਪ੍ਰਭ ਹਰ ਹਰ ਸ਼ਰਣਾ, ਤਿਨ ਦਰਗਾਹ ਹਰ ਹਰ ਦੇ ਵਡਿਆਈ। ਧਨ ਧਨ ਸ਼ਾਬਾਸ਼ ਕਹੈ ਪ੍ਰਭ ਜਨ ਕੋ, ਜਨ ਨਾਨਕ ਮੇਲ ਲਏ ਗੱਲ ਲਾਈ। ਗੁਜਰੀ ਮਹੱਲਾ ਚੌਥਾ। ਇਸ ਗੁਰਵਾਕ ਅੰਦਰ ਗੁਰੂ ਸੱਚੇ ਪਾਤਸ਼ਾਹ ਮਨ ਪ੍ਰਥਾਏ ਪ੍ਰਬੋਧਨੀ ਸਿੱਖਿਆ ਦੇ ਕੇ ਗੁਰਸਿੱਖਾਂ ਪ੍ਰਤੀ ਪਰਪੱਕ ਨਿਸ਼ਚੇ ਕਰਾਉਂਦੇ ਹਨ ਕਿ ਗੁਰਮਤਿ ਨਾਮ ਐਸਾ ਸਖਾ ਸਹਾਈ ਹੈ ਕਿ ਜੋ ਜਨ ਇਸ ਨੂੰ ਮਨ ਬਚ ਕਰਮ ਕਰਕੇ ਹਿਤੋਂ ਚਿਤੋਂ ਅਰਾਧਦੇ ਹਨ, ਤਿਨਾਂ ਜਨਾਂ ਦਾ ਅੰਤ ਕਾਲ ਵਿਖੇ ਇਹ ਨਾਮ ਸੱਚੜਾ ਬੇਲੀ ਹੁੰਦਾ ਹੈ ਅਤੇ ਤਿਨਾਂ ਨੂੰ ਅਗਲੀ ਦਰਗਾਹ ਅੰਦਰ ਛੁਡਾਵਣ ਹਾਰਾ ਹੁੰਦਾ ਹੈ। ਜੋ ਜਨ ਸਤਿਗੁਰੂ ਵਾਹਿਗੁਰੂ ਦੇ ਅਨੰਨ ਸੇਵਕ ਭਗਤ ਬਣ ਕੇ ਉਸੇ ਦੀ ਸ਼ਰਨ ਸਮਾਏ ਰਹਿੰਦੇ ਹਨ, ਤਿਨਾਂ ਨੂੰ ਵਾਹਿਗੁਰੂ ਸੱਚਾ ਪਾਤਸ਼ਾਹ ਸੱਚੜੀ ਦਰਗਾਹ ਵਿਖੇ ਸੱਚੜੀ ਵਡਿਆਈ ਦਿੰਦਾ ਹੈ।
ਤਿਨਾਂ ਨੂੰ ਵਾਹਿਗੁਰੂ ਸੱਚੜਾ ਧੰਨ ਧੰਨ ਆਖ ਕੇ ਵਡਿਆਉਂਦਾ ਅਤੇ ਆਪਣੀ ਸੱਚੀ ਦਰਗਾਹ ਵਿਖੇ ਮੇਲ ਕੇ ਆਪਣੇ ਗਲ ਲਾਉਂਦਾ ਹੈ। ਫੇਰ ਸ੍ਰੀ ਸਤਿਗੁਰੂ ਸਾਹਿਬ ਫਰਮਾਉਂਦੇ ਹਨ, ਅਪਜਸ ਮਿਟੈ ਹੋਵੈ ਜਗ ਕੀਰਤ ਦਰਗਾਹ ਬੈਸਣ ਪਾਈਐ ਜਮ ਕੀ ਤਰਾਸ ਨਾਸ ਹੋਏ ਖਿਨਮੈ ਸੁਖ ਅਨੰਦ ਸੇਤੀ ਘਰ ਜਾਈਐ ਜਾਂ ਤੇ ਘਾਲ ਨਾ ਬਿਰਥੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ। ਰਹਾਉ। ਗੁਜਰੀ ਮਹੱਲਾ ਪੰਜਵਾਂ। ਅੱਠੇ ਪਹਿਰ ਵਾਹਿਗੁਰੂ ਸਿਮਰਨ ਕਰਨ ਕਰ ਅਤੇ ਮਨ ਤਨ ਸਦਾ ਧਿਆਵਨ ਕਰ। ਜੋ ਸੱਚੀ ਅਭਿਆਸ ਕਮਾਈ ਦੀ ਘਾਲ ਘਾਲੀ ਜਾਂਦੀ ਹੈ ਸੋ ਕਦੇ ਬਿਰਥੀ ਨਹੀਂ ਜਾਂਦੀ ਅਤੇ ਆਪਣਾ ਫਲ ਅੰਕੂਰੀ ਜ਼ਹੂਰ ਜ਼ਰੂਰ ਲਿਆਉਂਦੀ ਹੈ। ਅਵਲ ਤਾਂ ਉਸ ਦਾ ਅਪਜਸ ਹੁੰਦਾ ਹੀ ਨਹੀਂ। ਜੇ ਪਹਿਲਾਂ ਅੰਮ੍ਰਿਤ ਨਾਮ ਪ੍ਰਾਪਤੀ ਤੋਂ ਹੋ ਵੀ ਗਿਆ ਹੋਵੇ ਤਾਂ ਉਹ ਸਗਲਾ ਅਪਜਸ ਇਸ ਘਾਲ ਕਮਾਈ ਦੁਆਰਾ ਮਿਟ ਜਾਂਦਾ ਹੈ ਤੇ ਸਾਰੇ ਜਗ ਅੰਦਰ ਉਸ ਦੀ ਕੀਰਤੀ ਜਸ ਵਡਿਆਈ ਹੋਣ ਲੱਗ ਪੈਂਦੀ ਹੈ ਅਤੇ ਅਗਲੀ ਦਰਗਾਹ ਵਿੱਚ ਅੱਗੇ ਚੱਲ ਕੇ ਉਸ ਨੂੰ ਬੈਸਣ ਲਈ ਖਾਸ ਸਥਾਨ ਮਿਲਦਾ ਹੈ। ਤਿਸ ਦੀ ਜਮ ਕੀ ਤਰਾਸ ਖਿਨਮੈ ਨਾਸ ਹੋ ਜਾਂਦੀ ਹੈ। ਉਹ ਸੁਖ ਅਨੰਦ ਸੇਤੀ ਬਜਦੇ ਬਾਜੀ ਵਾਹਿਗੁਰੂ ਦੇ ਨਿਜ ਘਰ ਮਹਿਲੀ ਵਾਸਾ ਜਾਏ ਪਾਉਂਦਾ ਹੈ। ਇਸ ਗੁਰਵਾਕ ਤੋਂ ਸਪਸ਼ਟ ਅਗਲੀ ਦਰਗਾਹ ਵੀ ਸਿੱਧ ਹੋ ਗਈ ਅਤੇ ਤਿਸ ਦਰਗਾਹ ਵਿਖੇ ਪੁੱਗ ਖਲੋਤੇ ਗੁਰਮੁਖ ਜਨਾਂ ਨੂੰ ਖਾਸ ਸਥਾਨ ਮਿਲਣ ਦੀ ਵੀ ਸੱਚੀ ਗਵਾਹੀ ਮਿਲ ਗਈ।